ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਰੋਜ਼ਾਨਾ ਦੀ ਤਰ੍ਹਾਂ ਅਸੀਂ ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਗੱਲ ਹੋਏਗੀ ਬੀਜੇਪੀ ਦੀ, ਜਿਹੜੀ ਸਿੱਖ ਮਸਲਿਆਂ ਨੂੰ ਕੈਸ਼ ਕਰਕੇ, ਪੰਜਾਬ ਦੇ ਮਸਲਿਆਂ ਨੂੰ ਕੈਸ਼ ਕਰਕੇ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਆ। ਲਗਾਤਾਰ ਇਹੀ ਦਾਅਵਾ ਕੀਤਾ ਜਾ ਰਿਹਾ ਕਿ ਸਰਕਾਰ ਤਾਂ ਐਤਕੀ ਅਸੀਂ ਬਣਾ ਜਾਣੀ ਆ। ਇਹਦੇ ਵਿੱਚ ਚਰਚਾਵਾਂ ਰਾਜੋਆਣਾ ਨੂੰ ਰਿਹਾ ਕਰਨ ਦੀਆਂ ਜਾਂ ਹੋਰ ਸਿੱਖ ਮਸਲਿਆਂ ਨੂੰ, ਜਿਹੜੇ ਉੱਭਰਦੇ ਮਸਲੇ ਨੇ, ਜਿਵੇਂ ਜਦੋਂ ਮਨਜਿੰਦਰ ਸਿਰਸਾ ਸ਼ਾਮਲ ਹੋਏ ਸੀ ਤਾਂ ਉਹਨਾਂ ਨੇ ਬੜੇ ਇਸ਼ਾਰੇ ਕੀਤੇ ਸੀ ਕਿ ਆਹ ਵੱਡੇ ਮਸਲੇ ਅਸੀਂ ਸਿੱਖਾਂ ਦੇ ਹੱਲ ਕਰਾ ਦੇਣੇ ਨੇ। ਇਸੇ ਦਮ ਤੇ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣੀ ਆ। ਅਗਲੀ ਗੱਲ ਨਵਜੋਤ ਸਿੱਧੂ ਹੋਣਾ ਦੀ ਕਰਾਂਗੇ, ਜਿਹੜੇ ਕਹਿੰਦੇ ਕਿ ਐਮਐਸਪੀ ਸਾਰੀਆਂ ਫਸਲਾਂ ਉੱਤੇ ਦੇ ਦਾਂਗੇ, ਫਲਾਂ ਤੇ ਵੀ ਦੇ ਦੇਾਂਗੇ। ਪਰ ਉਹ ਐਮਐਸਪੀ ਦਾ ਪੈਸਾ ਆਉਣਾ ਕਿੱਥੋਂ ਹੈ? ਪ੍ਰੈਸ਼ਰ ਕੇਂਦਰ ਸਰਕਾਰ ਤੇ ਬਣਾਉਣਾ ਪੈਣਾ ਹੈ। ਕੀ ਕੇਂਦਰ ਮੰਨੇਗੀ ਜਾਂ ਨਹੀਂ ਮੰਨੇਗੀ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਜਾਂਦਾ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ, ਪੰਜਾਬ ਦੀ ਆਵਾਮ ਨਾਲ ਜੁੜੀਆਂ, ਕਿ ਬੇਰੁਜ਼ਗਾਰਾਂ ਦਾ ਕਿੱਦਾਂ ਕੁੱਟ ਘਟਾਪਾ ਲੱਥਿਆ ਤੇ ਕਿਸ ਢੰਗ ਨਾਲ ਉਹਨਾਂ ਦੇ ਮੂੰਹ ਬੰਦ ਕਰਕੇ ਪੁਲਿਸ ਉਹਨਾਂ ਨੂੰ ਇੱਧਰ ਉੱਧਰ ਕਰਦੀ ਆ, ਤੇ ਉਹ ਸਾਰੀਆਂ ਤਸਵੀਰਾਂ ਗਵਾਹ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਜਿਸ ਤਰ੍ਹਾਂ ਦੀ ਚਰਚਾ ਮੈਂ ਕਈ ਦਿਨਾਂ ਤੋਂ ਵੀ ਸੁਣ ਰਿਹਾ ਸੀ, ਅੱਜ ਵੀ ਇਹ ਚਰਚਾ ਲਗਾਤਾਰ ਰਹੀ ਕਿ ਬੀਜੇਪੀ ਚਾਹੁੰਦੀ ਆ ਕਿ ਅਸੀਂ ਪੰਜਾਬ 'ਚ ਸਰਕਾਰ ਬਣਾ ਲਈਏ। ਮਤਲਬ ਕਿ ਦੋਸ਼ ਇਸ ਢੰਗ ਦਾ ਆ, ਏਦਾਂ ਲੱਗਦਾ ਹੈ ਕਿ ਕੁਝ ਨਾ ਕੁਝ ਇਹੋ ਜਿਹਾ ਕਰਨਗੇ, ਭਾਵੇਂ ਉਹ ਵਿਸ਼ੇਸ਼ ਪੈਕੇਜ ਦੀ ਗੱਲ ਹੋਵੇ ਜਾਂ ਮੈਂ ਜਿਵੇਂ ਰਾਜੋਆਣਾ ਦੀ ਗੱਲ ਕੀਤੀ, ਜਾਂ ਹੋਰ ਸਿੱਖ ਮਸਲੇ ਨੇ। ਕਈ ਸਿੱਖ ਆਗੂ ਵੀ ਕਹਿੰਦੇ ਇਹਨਾਂ ਦੇ ਸੰਪਰਕ 'ਚ ਨੇ ਵੱਡੇ। ਜਿਹੜੇ ਸਿੱਖ ਆਗੂ ਬੀਜੇਪੀ ਦੇ ਸੰਪਰਕ 'ਚ ਆ, ਉਹਨਾਂ ਨੂੰ ਸਿੱਖ ਦੇਖਣ ਤੋਂ ਤੇ ਹੋਣਗੇ, ਆਤਮਾ ਤੋਂ ਤੇ ਨਹੀਂ ਹੋ ਸਕਦੇ। ਨਾ ਸੋਚ ਤੋਂ, ਨਾ ਵਿਚਾਰ ਤੋਂ ਹੋ ਸਕਦੇ ਆ, ਨਾ ਆਪਣੀ ਰਹਿਣੀ ਬਹਿਣੀ ਤੋਂ ਹੋ ਸਕਦੇ। ਉਹ ਦੇਖਣ ਨੂੰ ਸਿੱਖ ਲੱਗਣਗੇ ਪਰ ਉਹ ਬੁੱਤ ਹੋਣਗੇ। ਕੀ ਗੱਲ ਹੈ? ਇੱਕ ਦੇਖੋ, ਸਿੱਖੀ ਦਾ ਫਲਸਫਾ ਆ। ਮੈਂ ਕਿਸੇ ਧਰਮ ਦੇ ਵਿਰੁੱਧ ਨਹੀਂ ਬੋਲ ਰਿਹਾ, ਮੈਂ ਇੱਕ ਸੋਚ ਤੇ ਫਲਸਫੇ ਦੇ ਉਸ ਦੇ ਅਗੇਂਸਟ ਹੈ ਜਿਹੜਾ ਸਮਾਜ ਨੂੰ ਕਮਜ਼ੋਰ ਕਰੇ, ਸਮਾਜ ਨੂੰ ਜਾਤਾਂ ਦੇ ਵਿੱਚ ਵੰਡੇ, ਔਰਤ ਨੂੰ ਛੁਟਿਆ ਕੇ ਦੇਖੇ ਔਰ ਧਰਮ ਦੇ ਉੱਤੇ ਕੁਝ ਖਾਸ ਜਾਤੀ ਦਾ ਕਬਜ਼ਾ ਰੱਖੇ, ਬਾਕੀ ਦਿਆਂ ਨੂੰ ਉੱਥੇ ਪੂਜਣ ਦਾ, ਰੱਬ ਨੂੰ ਮੰਨਣ ਦਾ, ਧਿਆਉਣ ਦਾ ਵੀ ਬਰਾਬਰ ਦੇ ਮੌਕੇ ਨਾ ਹੋਣ। ਇਹ ਕਿਹੋ ਜਿਹੇ ਲੋਕ ਹੋਣਗੇ? ਜਿਹੜੇ ਬੰਦੇ ਉਸ ਸੰਸਥਾ, ਉਸ ਸਮੁਦਾਇ, ਉਸ ਰਾਜਨੀਤੀ ਜਾਂ ਕਿਸੇ ਦੇ ਵਿੱਚ ਵੀ ਸ਼ਾਮਲ ਸਿੱਖ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਆ, ਤਾਂ ਇਹ ਮੰਨ ਲਓ ਕਿ ਉਹਨਾਂ ਦਾ ਨਾਂ ਸਿੱਖ ਆ, ਦੇਖਣ ਨੂੰ ਪਹਿਰਾਵਾ ਵੀ ਸਿੱਖ ਹੋ ਸਕਦਾ, ਪਰ ਉਹ ਸਿੱਖ ਦਿਲੋਂ ਹੈ ਨਹੀਂ ਹੈ। ਸਗੋਂ ਉਹ ਖਤਰਨਾਕ ਆ ਉਹਨਾਂ ਲੋਕਾਂ ਨਾਲੋਂ ਜਿਹੜੇ ਲੋਕ ਨੌਨ ਸਿੱਖ ਹੈਗੇ, ਕਿਉਂਕਿ ਉਹ ਤੇ ਸਾਫ਼ ਆ, ਉਹ ਤੇ ਦਿਖਦੇ ਆ, ਉਹ ਆਪਣੇ ਆਪਣੇ ਅਕੀਦੇ ਨੂੰ, ਆਪਣੇ ਆਪਣੇ ਵਿਸ਼ਵਾਸ ਨੂੰ ਲੈ ਕੇ ਚੱਲਦੇ ਆ। ਸਾਨੂੰ ਕੀ ਤਕਲੀਫ ਹੈਗੀ? ਪਰ ਇਹ ਧੋਖਾ ਕਰਦੇ ਆ। ਤੁਸੀਂ ਦੇਖਣ ਨੂੰ ਕੁਛ, ਕੰਮ ਕੁਛ ਹੋਰ, ਸਾਈਆਂ ਕਿਤੇ, ਵਧਾਈਆਂ ਕਿਤੇ। ਹੁਣ ਜੇ ਚਲੇ ਗਏ, ਡਰਦੇ ਮਾਰੇ ਚਲੇ ਗਏ ਜਾਂ ਪਤਿਆ ਕੇ ਲੈ ਗਏ ਆ ਸਰਸੇ ਨੂੰ, ਮਨਜਿੰਦਰ ਸਿੰਘ ਸਰਸੇ ਨੂੰ, ਤਾਂ ਹੁਣ ਕਿਹਦੀ ਸੇਵਾ ਕਰੂਗਾ? ਜਾ ਕੇ ਭਕਵੇਂ ਕਰਨ ਦੀ ਕਰੂਗਾ ਨਾ। ਭਕਵਾ ਪਾ ਵੀ ਲਵੇ, ਕੋਈ ਗੱਲ ਨਹੀਂ ਹੈ। ਕੀ ਉਹਦਾ ਅਸਰ ਨਿਕਲੂਗਾ? ਕੀ ਅਸਰ ਨਿਕਲਿਆ? ਕੀ ਹੋ ਰਿਹਾ ਦੇਸ਼? ਇੱਕ ਰਾਜਨੀਤੀ, ਇੱਕ ਬੀਜੇਪੀ ਜਿਹੜੀ ਲਗਾਤਾਰ ਇਸ ਗੱਲ ਤੇ ਜ਼ੋਰ ਸ਼ੋਰ ਦੇ ਨਾਲ ਕਹਿ ਰਹੀ ਹੈ ਕਿ ਸਾਡਾ ਤੇ ਹੁਣ ਰਾਮ ਰਾਜ ਕਹੋ, ਰਾਮ ਦਾ ਜਿਹੜਾ ਰਾਜ, ਜੇ ਰੱਬ ਦਾ ਰਾਜ ਹੋਵੇ, ਜਿਹਨੂੰ ਰਾਮ ਅਸੀਂ ਮੰਨਦੇ ਹਾਂ, ਸਿੱਖ ਵੀ ਮੰਨਦੇ ਆ, ਤਾਂ ਉਹ ਦੂਜਾ ਰਾਮ, ਇਹਨਾਂ ਦਾ ਰਾਜਨੀਤਿਕ ਰਾਮ, ਜਿਹੜਾ ਸਮਾਜ ਨੂੰ ਪਾੜੇ, ਨਫ਼ਰਤ ਫੈਲਾਏ, ਜਿਹੜੀਆਂ ਘੱਟ ਗਿਣਤੀਆਂ ਉਹਨਾਂ ਤੇ ਤਰਸ਼ੂਲ ਦਾ ਜਿਹੜਾ ਛਾਇਆ ਪਵਾਏ, ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਲਗਾਤਾਰ ਡਰਾ ਕੇ ਧਮਕਾ ਕੇ ਰੱਖੇ, ਤਾਂ ਕਿ ਬਹੁ ਗਿਣਤੀ ਦੀਆਂ ਵੋਟਾਂ ਨੂੰ ਆਪਣੇ ਖੇਮੇ 'ਚ ਕੀਤਾ ਜਾ ਸਕੇ। ਇਹ ਜਿਹੜੇ ਬੰਦੇ ਜਾ ਕੇ ਹੁਣ ਉਹਨਾਂ ਦੀ ਸੇਵਾ ਕਰਨਗੇ, ਜਾਂ ਬੀਜੇਪੀ ਦੀ ਉਸ ਜਿਹੜੀ ਪਰੇਡ ਆ, ਕਦਮ ਤਾਲ ਆ, ਉਹਦੇ 'ਚ ਜਾ ਕੇ ਸ਼ਾਮਲ ਹੋ ਕੇ ਭੁਲੇਖਾ ਦੇਣਗੇ ਕਿ ਬੀਜੇਪੀ ਘੱਟ ਗਿਣਤੀਆਂ ਦੇ ਹੱਕ 'ਚ ਆ। ਇਹ ਸਮਝੋ ਕਿ ਇਹ ਠੀਕ ਨਹੀਂ ਹੈ। ਮੈਂ ਸ਼ਬਦ ਭਾਰੇ ਨਹੀਂ ਵਰਤਣਾ ਚਾਹੁੰਦਾ, ਕੋਈ ਨਫ਼ਰਤ ਵਾਲੇ ਸ਼ਬਦ ਵੀ ਨਹੀਂ ਵਰਤਣਾ ਚਾਹੁੰਦਾ। ਉਹ ਖੁਦ ਹੀ ਆਪਣੇ ਆਪ ਨੂੰ ਪੁੱਛਣ ਕਿ ਉਹ ਕੀ ਕਰ ਰਿਹਾ, ਕੀ ਲਾਲਚ 'ਚ ਕਰ ਰਿਹਾ, ਕੀ ਡਰ 'ਚ ਕਰ ਰਿਹਾ, ਕੀ ਬੇਵਕੂਫੀ 'ਚ ਕਰ ਰਿਹਾ, ਜਾਂ ਉਹਨਾਂ ਨੂੰ ਸਮਝ ਨਹੀਂ ਪੈ ਰਹੀ। ਜੇ ਨਹੀਂ ਸਮਝ ਪੈ ਰਹੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹ ਲਓ, ਸਾਰੀ ਸਮਝ ਪੈ ਜਾਊਗੀ। ਉੱਥੇ ਸਭ ਕੁਝ ਲਿਖਿਆ ਹੋਇਆ। ਉਸ ਨੂੰ, ਉਹ ਤੁਹਾਡੇ ਗੁਰੂ ਹੈ, ਉਹ ਸਿਰਫ ਮੱਥਾ ਟੇਕਣ ਲਈ ਥੋੜੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝ ਕੇ ਆਪਣੇ ਜੀਵਨ ਚ ਉਤਾਰ ਕੇ ਆਪਾਂ ਜੀਵਨ ਨੂੰ ਸੁਹਿਰਦ ਕਰਨਾ, ਆਪਣੇ ਸਮਾਜ ਨੂੰ ਸੋਹਣਾ ਕਰਨਾ, ਰਹਿਣ ਯੋਗ ਬਣਾਉਣਾ। ਉਹ 'ਚ ਸਾਰਾ ਕੁਝ ਹੈ, ਦਰਜ ਹੈ। ਇੱਕ ਵਾਰੀ ਨਹੀਂ, ਕਈ ਵਾਰ ਰਿਪੀਟਡ ਢੰਗ ਨਾਲ ਕੀਤਾ। ਉਹਨਾਂ ਭਗਤਾਂ ਦੇ ਜਿਹੜੇ ਸਾਰੇ ਉਹਦੇ ਚ ਗੁਰੂ ਭਗਤ ਸਾਰੇ ਹੈਗੇ, ਤੁਸੀਂ ਸੂਫੀ ਸੰਤਾਂ ਦਾ ਸਾਰਾ ਪੜ੍ਹ ਕੇ ਦੇਖੋ ਨਾ, ਉਹਨਾਂ ਦੇ ਨਾਮਾਂ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ। ਕਬੀਰ ਜੀ ਦੇ ਬਾਰੇ, ਬਾਬਾ ਫਰੀਦ ਜੀ ਦੇ ਬਾਰੇ, ਗੁਰੂ ਰਵਿਦਾਸ ਜੀ ਦੇ ਬਾਰੇ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਤੇ ਕਹਿਣਾ ਹੀ ਕੀ ਆ, ਹੋਰ ਸਾਰੇ ਜਿਹੜੇ ਸੰਤ ਮਹੰਤ ਸਾਰੇ ਹੈਗੇ ਆ। ਤਾਂ ਇਹ ਇਹਨਾਂ ਦੇ ਨਾਮਾਂ ਤੋਂ ਲੱਗ ਜਾਂਦਾ ਕਿ ਉਹਨਾਂ ਨੇ ਸਾਨੂੰ ਕੀ ਕਹਿ ਕੇ ਗਏ ਆ, ਸਾਡੀ ਕੀ ਡਿਊਟੀ ਲਾ ਕੇ ਗਏ ਆ, ਔਰ ਅਸੀਂ ਕਿੱਧਰ ਨੂੰ ਛੋਟੀਆਂ ਛੋਟੀਆਂ ਰਾਜਨੀਤਿਕ ਛਿੱਲੜਾਂ ਨੂੰ ਚੱਟਣ ਲਈ ਅਸੀਂ ਜਾ ਕੇ ਕਿਹੜੀ ਭਾਸ਼ਾ ਬੋਲ ਰਹੇ ਆ, ਔਰ ਕੀ ਆਪਣੇ ਸਿੱਖ ਸਮੁਦਾਇ ਨੂੰ ਦੇਣਾ ਚਾਹੁੰਦੇ। ਬੀਜੇਪੀ ਦੀ ਜਿਹੜੀ ਇਹ ਗੱਲ ਠੀਕ ਹੈ ਤੁਹਾਡੀ, ਉਹਨਾਂ ਨੇ ਕਈ ਕਿਸਮ ਦੇ ਪਿਉਂਤੜੇ ਮਾਰੇ ਆ। ਇੱਕ ਤੇ ਇਹ ਕਿ ਪਿੰਡਾਂ ਨੂੰ ਪਾੜੋ, ਪੰਜਾਬ ਨੂੰ ਕਮਜ਼ੋਰ ਕਰੋ, ਪੰਜਾਬ ਨੂੰ ਜਾਤਾਂਗਤ ਅੱਗ ਲਾ ਕੇ ਪਾੜ ਦਿਓ, ਚੱਲ ਚੀਫ ਮਿਨਿਸਟਰ ਬਣੂਗਾ। ਹੁਣ ਵੀ ਉਹ ਲਗਾਤਾਰ ਕਿੰਨੇ ਬੰਦੇ ਮੇਰੇ ਕੋਲ ਆ ਰਹੇ ਆ, ਇਸ ਪਾਸੇ ਨੂੰ ਜਾ ਰਹੇ ਆ, ਅਜੇ ਵੀ ਉਹ ਹਟੇ ਨਹੀਂ। ਦਲਿਤ ਗਰੀਬ ਲਾਚਾਰ ਆਪਣੇ ਇੱਕ ਹੋਂਦ ਦੀ ਲੜਾਈ, ਇੱਕ ਵਕਾਰ ਦੀ ਲੜਾਈ, ਇੱਕ ਸਵੈ ਅਭਿਮਾਨ ਦੀ ਲੜਾਈ, ਉਸ ਲੜਾਈ ਦੇ ਵਿੱਚ ਉਹ ਲਾਲਚ ਵਿੱਚ ਵੀ ਆ ਜਾਂਦੇ ਆ। ਕਈ ਵੈਸੇ ਹੀ ਪਤਿਆਏ ਵੀ ਜਾ ਸਕਦੇ ਆ, ਭੋਲੇ ਲੋਕ ਵੀ ਹੈਗੇ, ਕਈ ਆਮ ਲੋਕ ਜਿਹੜੇ ਉਹ ਹਰ ਉਸ ਤਰੀਕੇ ਦੇ ਹਰਬੇ ਨੂੰ ਇੱਕ ਪਾਸੇ ਉਹ ਵਰਤ ਰਹੇ ਆ, ਔਰ ਦੂਜੇ ਪਾਸੇ ਵਿੱਚ ਜਿਹੜੇ ਦਲਾਲ ਕਹਿ ਲਓ, ਮਿਡਲ ਮੈਨ ਕਹਿ ਲਓ, ਉਹਨਾਂ ਦੇ ਵਕੀਲ ਕਹਿ ਲਓ, ਕਈ ਕਿਸਮ ਦੀਆਂ ਇੱਕ ਹੋਰ ਵਿੱਚ ਬ੍ਰਿਜ ਬਣ ਕੇ, ਪੁਲ ਬਣ ਕੇ ਆਮ ਲੋਕਾਂ ਨੂੰ ਭਰਮਤ ਕਰਨ ਲਈ ਤੇ ਬੀਜੇਪੀ ਦੇ ਪੱਲੇ ਨਾਲ ਬੰਨਣ ਲਈ ਇਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ। ਵੀ ਉਲਟਾ ਹੁਣ ਬੀਜੇਪੀ ਦੂਜੇ ਪਾਸਿਓਂ ਕੀ ਕਰ ਰਹੀ ਹੈ ਕਿ ਜਿਵੇਂ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਉਹ ਸਿੱਖਾਂ ਤੋਂ ਜਿੰਨੀ ਦੂਰ ਚਲੇ ਗਈ, ਜਾਂ ਸਿੱਖਾਂ ਨੇ ਰੋਜ਼ ਚਿਕਰੀ ਤੇ ਸਿੰਘੂ ਬਾਰਡਰ ਤੇ ਅਰਦਾਸਾਂ ਕਰ ਕਰਕੇ ਜਿੰਨਾ ਉੱਥੇ ਬੀਜੇਪੀ ਦੇ ਵਿਰੁੱਧ ਇੱਕ ਮੋਰਚਾਬੰਦੀ ਤੇ ਲਾਮਬੰਦੀ ਕੀਤੀ, ਇੱਕ ਸੋਚ ਪੈਦਾ ਕੀਤੀ ਹੈ, ਉਹ ਇਸ ਤੋਂ ਬਾਹਰ ਆਉਣ ਲਈ ਪਹਿਲਾਂ ਤੇ ਬੜੇ ਭੁੜਕ ਕੇ ਕਹਿੰਦੇ 117 ਲੜਾਂਗੇ ਜੀ, ਚੀਫ ਮਿਨਿਸਟਰ ਬਣਾਵਾਂਗੇ ਜੀ, ਸਰਕਾਰ ਬਣੀ ਪਈ ਹੈ। ਬੰਦੇ ਨਹੀਂ ਲੱਭਦੇ, ਮੈਨੂੰ ਪਤਾ ਕਿੱਥੋਂ ਕਿੱਥੋਂ ਬੰਦੇ ਲੱਭ ਰਹੇ, ਬੰਦੇ ਨਹੀਂ ਲੱਭ ਰਹੇ ਉਹਨਾਂ ਨੂੰ। 117 ਦੇ ਬੰਦੇ ਕਿਤੇ ਲੱਭਣੇ ਥੋੜੇ ਸੌਖੀ ਗੱਲ ਪਈ ਹੈ। ਬੰਦੇ ਉਂਝ ਤੇ ਜਿਹਨੂੰ ਮਰਜ਼ੀ ਖੜਾ ਕਰ ਦੋ, ਹਰ ਬੰਦਾ ਕਹਿੰਦਾ ਮੈਨੂੰ ਦਿਓ ਟਿਕਟ, ਵੇਖਿਓ ਫਿਰ। ਪਰ ਬੰਦੇ ਜਿਹੜੇ ਥੋੜੇ ਵਿਨਿੰਗ ਜਾਂ ਠੀਕ ਠਾਕ ਹੈ, ਉਹ ਬੰਦੇ 117 ਹੈ ਨਹੀਂ ਕਿਸੇ ਪਾਰਟੀ ਕੋਲੋਂ ਵੀ, ਸ਼ਾਇਦ ਇੰਨੇ ਬੰਦੇ ਨਾ ਹੋਣ। ਸੱਚੀ ਗੱਲ ਤੇ ਇਹ ਹੈ, ਬੀਜੇਪੀ ਕੋਲ ਕੀ ਹੋਣੇ ਆ। ਹੁਣ ਇਹ ਉਹਨਾਂ ਨੂੰ ਭਰਮਾਉਣ ਲਈ, ਭਰਮਤ ਕਰਨ ਲਈ ਕਿ ਸਿੱਖ ਮਸਲੇ ਹੱਲ ਕਰਨਗੇ। ਕਸ਼ਮੀਰ ਦੇ ਕਰੋ ਨਾ, ਕਸ਼ਮੀਰ ਤੇ ਕਿਉਂ ਨਹੀਂ ਕਰਦੇ ਤੁਸੀਂ? ਉੱਥੇ ਲੋਕਾਂ ਨੂੰ, ਸਾਰੇ ਕਸ਼ਮੀਰ ਨੂੰ ਸੂਬੇ ਤੋਂ ਠਾਹ ਥੱਲੇ ਸੁੱਟ ਕੇ ਤੁਸੀਂ ਯੂਨੀਅਨ ਟੈਰੀਟਰੀ ਬਣਾਤਾ, ਔਰ ਇੱਕ ਜੇਲ੍ਹ 'ਚ ਬੰਦ ਕੀਤਾ ਸਾਰਿਆਂ ਨੂੰ, ਨਜ਼ਰਬੰਦ ਆ ਲੋਕ। ਬੜੀ ਮਾੜੀ ਗੱਲ ਆ। ਜਦੋਂ ਮਰਜ਼ੀ ਇੰਟਰਨੈਟ ਬੰਦ, ਜਦੋਂ ਮਰਜ਼ੀ ਕੋਈ ਕਰਫਿਊ, ਜਦੋਂ ਮਰਜ਼ੀ ਤੁਸੀਂ ਕਿਸੇ ਨੂੰ ਨਜ਼ਰਬੰਦ ਕਰ ਦਿੰਦੇ, ਹਾਊਸ ਅਰੈਸਟ ਕਰ ਦਿੰਦੇ। ਉਹ ਸਾਡੇ ਦੇਸ਼ ਦਾ ਹਿੱਸਾ ਨਹੀਂ। ਨਾਲੇ ਅਸੀਂ ਚਾਹੁੰਦੇ ਹਾਂ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਡਾ ਦੇਸ਼ ਇੱਕ ਹੈ। ਜੇ ਦੇਸ਼ ਇੱਕ ਹੈ ਤੇ ਵਤੀਰਾ ਵੀ ਇੱਕ ਹੋਣਾ ਚਾਹੀਦਾ। ਨਹੀਂ ਕਰਨਗੇ, ਸਿਰਫ ਤੇ ਸਿਰਫ ਰਾਜ ਕਰਨ ਦੀ ਖਾਤਰ, ਆਪਣੀ ਰਾਜਨੀਤੀ ਚਲਾਉਣ ਦੀ ਖਾਤਰ, ਭਗਵਾਨ ਰੰਗ ਨੂੰ ਹੋਰ ਗੂੜਾ ਤੇ ਪਸਾਰਨ ਦੀ ਖਾਤਰ ਪੀਡੀਪੀ ਨਾਲ ਵੀ ਸਮਝੌਤਾ ਕਰਕੇ ਸਰਕਾਰ 'ਚ ਬਹਿ ਸਕਦੇ ਆ। ਹੁਣ ਉਹ ਕਿੱਥੇ ਗਈ ਪੀਡੀਪੀ, ਜਾਂ ਉਹਨਾਂ ਦੀ ਮਹਿਬੂਬਾ ਮੁਫਤੀ? ਸਭ ਤੋਂ ਵੱਧ ਉਹਨੂੰ ਅੰਦਰ ਰੱਖਿਆ, ਸਭ ਤੋਂ ਵੱਧ ਉਹਨੂੰ ਦਰਕਨਾਰ ਕੀਤਾ ਜਾਂਦਾ। ਇਸ ਲਈ ਅੱਜ ਸਿੱਖ ਜਿਹੜੇ ਜਾ ਰਹੇ ਆ ਵਿੱਚ, ਜਾਣ, ਜਿੰਨਾ ਮਰਜ਼ੀ ਛਾਲਾਂ ਮਾਰਦੇ ਜਾਣ, ਚੰਗੇ ਭਲੇ ਨਹਾ ਧੋ ਕੇ ਸਾਫ਼ ਸੁਥਰੇ ਜਾਣਗੇ, ਮੂੰਹ ਕਾਲਾ ਕਰਾ ਕੇ ਬਾਹਰ ਆਉਣਗੇ। ਬਿਲਕੁਲ। ਹੁਣ ਸੁਣਤੇ ਦੇਖੋ, ਰੋਜ਼ ਪਵਿੱਤਰ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੁੰਦੇ ਆ, ਉੱਥੇ ਜਾਣਗੇ, ਉੱਥੇ ਤੇ ਕਾਲਕ ਪੁੱਤਣਗੇ, ਕਿਉਂਕਿ ਕਰਮ ਕਰਨੇ ਆ, ਤੁਸੀਂ ਮਾੜੇ ਕਰਮ ਕਰਨੇ। ਸਿੱਖੀ ਵਾਲਾ ਕੋਈ ਕੰਮ ਨਹੀਂ ਹੈਗਾ। ਤੇ ਤੁਸੀਂ ਉਸ ਜਗ੍ਹਾ 'ਚ ਕੋਲਿਆਂ ਦੀ ਖਾਣ 'ਚ ਵੜਨਾ ਚਾਹੁੰਦੇ ਆ ਜਿੱਥੇ ਕੋਈ ਬਚ ਹੀ ਨਹੀਂ ਸਕਦਾ। ਉਹਨਾਂ ਨੂੰ ਸੂਟ ਕਰਦਾ ਜਿਹੜੇ ਬੰਦੇ ਬੈਠੇ ਆ, ਉਹ ਉਹਦੇ ਵਪਾਰੀ ਹੈ। ਉਹ ਜਿਹੜੇ ਬੰਦੇ ਆਲਰੇਡੀ ਕੋਲ ਮਾਈਨਸ ਦੇ ਮਾਲਿਕ ਹੈਗੇ ਆ, ਉਸ ਸੱਤਾ ਦੇ ਮਾਲਕ ਹੈ, ਉਸ ਕਿਸਮ ਦੀ ਰਾਜਨੀਤੀ ਨੂੰ ਚਲਾਉਣ ਵਾਲੇ ਉਹਦੇ ਸੂਤਰਧਾਰ ਹੈਗੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਕਾਲਖ ਨਹੀਂ ਲੱਗਦੀ ਹੈ। ਪਰ ਇਹ ਜਿਹੜੇ ਸਾਫ਼ ਧੋਤੇ ਜਾਣਗੇ, ਇਹ ਤੇ ਦਾਗੀ ਹੋਣਗੇ। ਮੈਨੂੰ ਲੱਗਦਾ ਕਿ
ਇਹ ਜਿਹੜੇ ਸਾਰੀ ਕਾਰਗੁਜ਼ਾਰੀ ਹੋਊਗੀ, ਕਦੀ ਤੁਸੀਂ ਕਿਹਾ ਕਿ ਭੁੱਲਰ ਸਾਹਿਬ ਨੂੰ ਛੱਡ ਦੇਣਗੇ ਜਾਂ ਹੋਰ ਕਿਸੇ ਨੂੰ ਛੱਡ ਦੇਣਗੇ ਜਾਂ ਹੈ ਨਾ, ਸਾਰਿਆਂ ਨੂੰ ਛੱਡ ਦੇਣ। ਸਾਡੇ ਵੀਰਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ 84 ਦੇ ਵਿੱਚ ਜਦ ਸਾਰਾ ਕੁਝ ਹੋਇਆ, ਉਦੋਂ ਹਿੰਦੂ ਸਿੱਖ ਦਾ ਮਾਮਲਾ ਬਣਾ ਦਿੱਤਾ ਗਿਆ ਸੀ। ਕਾਂਗਰਸ ਵੱਲੋਂ ਨਹੀਂ, ਬੀਜੇਪੀ ਦੇ ਵੀ ਬੰਦਿਆਂ ਦੇ ਕੇਸ ਦਰਜ ਹੋਏ ਸੀਗੇ। ਜਾ ਕੇ ਤੁਸੀਂ ਚੈੱਕ ਕਰ ਲਓ, ਰਿਪੋਰਟਾਂ ਦੇਖ ਲਓ, ਜਿਹੜੇ ਕਮਿਸ਼ਨ ਬਣੇ, 10 ਕਮਿਸ਼ਨ ਬਣੇ। ਇਹ ਅਲੱਗ ਗੱਲ ਹੈ, ਇਹ ਅੱਜ ਕੱਲ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ। ਤੁਗਲਕਾਬਾਦ ਸ਼ਾਇਦ ਉੱਥੇ ਜਿਹੜੇ ਆ ਉਸ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਜੇ ਦੇਖੋਗੇ ਤਾਂ ਤੁਹਾਨੂੰ ਇਹਨਾਂ ਦੇ ਬੰਦਿਆਂ ਦੇ ਕੇਸ ਮਿਲ ਜਾਣਗੇ। ਕੋਈ ਘੱਟ ਨਹੀਂ ਹੈ ਕਿਸੇ ਨਾਲੋਂ, ਪਰ ਜੇ ਵੋਟਾਂ ਦੀ ਖਾਤਰ ਲੋਕਾਂ ਦਾ ਬੇਵਕੂਫ ਬਣਾਉਣਾ ਤੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਖਾਸ ਕਰਕੇ ਸਮਝ ਲੈਣਾ ਚਾਹੀਦਾ ਕਿ ਇਸ ਖੱਲ ਦੇ ਥੱਲੇ ਬਾਹਰੋਂ ਜੋ ਬਹੁਤ ਹੀ ਸ਼ਰੀਫ ਪੱਧਰ ਪੁਰਸ਼ ਕੋਈ ਲੱਗ ਰਿਹਾ, ਥੱਲੇ ਕੁਝ ਹੋਰ ਹੀ ਬਘਿਆੜ ਲੁਕੇ ਹੋਏ ਆ, ਉਹਨਾਂ ਨੂੰ ਦੇਖਣ ਦੀ ਆਪਣੇ ਆਪ 'ਚ ਸ਼ਮਤਾ ਪੈਦਾ ਕਰਨੀ ਚਾਹੀਦੀ ਹੈ। ਹਾਂਜੀ, ਬਿਲਕੁਲ ਬਿਲਕੁਲ। ਪਰ ਉਧਰ ਪ੍ਰੋਫੈਸਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੂੰ ਬੜੀ ਆਸ ਲੱਗਦੀ ਹੈ ਕਿ ਬੀਜੇਪੀ ਦੇ ਸਿਰ ਦੇ ਉੱਤੇ ਉਹ ਸ਼ਾਇਦ ਆਪਣੀ ਵੀ ਸੀਟ ਜਾਣ, ਪਰ ਉਹਨਾਂ ਦੀ ਸੀਟ ਪਟਿਆਲੇ ਵਾਲੀ ਜਿਹੜੀ ਆ ਉਹ ਵੀ ਹੁਣ ਡਾਵਾਂਡੋਲ ਲੱਗਦੀ ਹੈ ਕਿ ਉੱਥੇ ਕੌਣ ਮੈਦਾਨ ਦੇ ਵਿੱਚ ਉਤਰੇਗਾ, ਕਿੰਨੇ ਟੱਕਰ ਦੇਣੀ ਹੈ, ਕਾਂਗਰਸ ਵੱਲੋਂ ਹੋਵੇ। ਅਕਾਲੀਆਂ ਬਾਰੇ ਤਾਂ ਅੱਜ ਤੱਕ ਆਪਾਂ ਦੇਖਦੇ ਹੀ ਰਹੇ ਹਾਂ ਕਿ ਨਤੀਜੇ ਕਿੰਦਾਂ ਦੇ ਰਹੇ ਪਟਿਆਲਾ ਸ਼ਹਿਰ ਦੇ ਵਿੱਚ ਤੇ ਦਿਹਾਤੀ ਦੇ ਵਿੱਚ, ਦੋਨੋਂ ਪਾਸੇ। ਮੈਂ ਵੀ ਪਟਿਆਲੇ ਦਾ ਹੀ ਹਾਂ, ਮੈਨੂੰ ਪਤਾ ਆ। ਤੇ ਦੂਜੀ ਗੱਲ ਇਹਦੇ ਨਾਲ ਇਹ ਵੀ ਹੈ ਕਿ ਉਧਰ ਨਵਜੋਤ ਸਿੱਧੂ ਹੋਰਾਂ ਨੇ, ਕਾਂਗਰਸ ਨੇ ਸਕਰੀਨਿੰਗ ਕਮੇਟੀ ਦੀ ਜਿਹੜੀ ਬੈਠਕ ਲਾਈ ਹੋਈ ਹੈ, ਉਹ ਕਹਿੰਦੇ ਉੱਥੇ ਅਸੀਂ ਜਿਹੜਾ ਉਮੀਦਵਾਰ ਆਓ, ਜਿੰਨੇ ਮਰਜ਼ੀ ਆਓ, ਆਪੋ ਆਪਣੀ ਉਮੀਦਵਾਰੀ ਦਾ ਦਾਅਵਾ ਪੇਸ਼ ਕਰੋ, ਅਸੀਂ ਦੱਸਾਂਗੇ ਕਿ ਕਿਹਨੂੰ ਟਿਕਟ ਦੇਣੀ ਹੈ। ਮਤਲਬ ਉਹ ਵੀ ਕਈਆਂ ਦੇ ਪੱਤਾ ਕੱਟਣ ਨੂੰ ਫਿਰਦੇ ਨੇ, ਉਹਨਾਂ ਵਿੱਚੋਂ ਵੀ ਕਹਿੰਦੇ ਲੱਗਦਾ ਕਾਂਗਰਸ ਚੋਂ ਜਿਨ੍ਹਾਂ ਤੇ ਕੈਪਟਨ ਸਾਹਿਬ ਡੋਰੇ ਪਾਉਣ ਨੂੰ ਫਿਰਦੇ ਨੇ, ਕੁਝ ਇਹੋ ਜਿਹਾ ਚੱਲ ਰਿਹਾ। ਦੇਖੋ, ਜੇ ਜ਼ਿਆਦਾ ਬਾਗ ਜਿਹੜਾ ਆ ਜਾਂ ਕੋਈ ਵੀ ਫੁਲਵਾੜੀ ਹੈ ਖੁੱਲੀ ਛੱਡਤੀ ਜਾਏ, ਉਹਨੂੰ ਛਾਂਗਿਆ ਨਾ ਜਾਏ, ਪਰੂਨੇ ਕਹਿੰਦੇ ਆ, ਉਹ ਭੱਦੀ ਲੱਗਦੀ ਹੈ। ਮੇਰਾ ਤਾਂ ਖਿਆਲ ਹੈ 5 ਸਾਲਾਂ ਬਾਅਦ ਮਾੜਾ ਮੋਟਾ ਛਾਂਗਾ ਤੇ ਕਰਨਾ ਚਾਹੀਦਾ ਹੀ ਹੈ। ਉਹ ਜਾ ਕੇ ਕਿਸੇ ਨੇ ਹੋਰ ਉਹਨਾਂ ਦੀਆਂ ਕਲਮਾਂ ਆਪਣੇ ਵਿਹੜੇ 'ਚ ਲਾਉਣੀਆਂ ਲਾ ਲੈਣ, ਕੈਪਟਨ ਸਾਹਿਬ ਲਾ ਲੈਣ, ਪਰ ਇਹ ਛਾਂਗਣਾ ਦੇਖੋ, ਨਹੀਂ ਤੇ ਕੀ ਹੁੰਦਾ ਆ ਕਿ ਅੰਦਰੋਂ ਅੰਦਰੀ ਜ਼ਿਆਦਾ ਬਿਮਾਰੀ ਫੈਲਦੀ ਆ। ਇਹ ਸਾਫ਼ ਸੁਥਰਾ ਕਰਨਾ, ਸਫਾਈ ਕਰ ਲੈਣ, ਵੇਲਾ ਆ, ਕੋਈ ਗੱਲ ਨਹੀਂ। ਜਿਹੜੇ ਜ਼ਿਆਦਾ ਚਾਹਵਾਨ ਆ, ਜਿਹੜੇ ਪਹਿਲੇ ਦਿਨ ਕਹਿੰਦੇ 17, 18, 19 ਇਸ ਤਰ੍ਹਾਂ ਦੇ ਕੁਝ ਦਿਨ ਔਰ ਬਿਥ ਰਹੇ ਆ। ਅੱਜ ਵੀ ਮੀਟਿੰਗ ਚੱਲ ਰਹੀ ਹੈ, ਮੈਨੂੰ ਵੀ ਪਤਾ ਲੱਗਾ ਇਸੇ ਸੰਬੰਧ ਵਿੱਚ। ਨਵਜੋਤ ਸਿੱਧੂ ਵੀ ਚੰਡੀਗੜ੍ਹ ਹੈਗੇ, ਸਾਰਾ ਕੰਮ ਚੱਲ ਰਿਹਾ, ਮੀਟਿੰਗ ਚੱਲ ਰਹੀ ਹੈ ਕਮੇਟੀ ਦੀ। ਤੇ ਹੋਣਾ ਹੀ ਆ, ਹੁਣ ਤੇ ਕੋਡ ਕਿਸੇ ਦਿਨ ਵੀ ਲੱਗਣਾ। ਜਿਹੜੇ ਵਾਅਦੇ ਦਾਅਵੇ ਪੂਰੇ ਕਰਨੇ ਸੀ ਉਹ ਬਥੇਰੇ ਕਰ ਲਏ ਆ, ਫਲੈਕਸਾਂ ਲੱਗ ਗਈਆਂ ਸਾਰੀ ਜਗ੍ਹਾ, ਹੋਰਡਿੰਗਸ ਲੱਗ ਗਈਆਂ, ਬੱਸਾਂ ਸਾਰੀਆਂ ਤੇ ਚੰਨੀ ਜੀ ਚਮਕ ਰਹੇ ਆ। ਤਾਂ ਫਿਰ ਹੁਣ ਤੇ ਚੋਣਾਂ 'ਚ ਹੀ ਉਤਰਨਾ ਨਾ, ਹੁਣ ਤੇ ਇਸ ਗੱਲ, ਉਹਦੀਆਂ ਤਿਆਰੀਆਂ ਸਾਰੀਆਂ ਜਿਹੜੀਆਂ ਜਿਮਨਾਸਟਿਕਸ ਹੋ ਰਹੀ ਹੈ ਇਸ ਵੇਲੇ, ਤੇ ਉਹ ਬਿਲਕੁਲ ਕਰ ਲੈਣਾ ਚਾਹੀਦਾ। ਜਿਹੜੇ ਪਹਿਲਾਂ ਆਉਣ, ਉਹ ਸਮਝ ਲੈਣ ਕਿ ਉਹ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਕਾਲੇ ਉਹ ਵਾ, ਤੇ ਬਾਕੀ ਜਿਹੜੇ ਹੌਲੀ ਹੌਲੀ ਆਉਣਗੇ ਉਹਨਾਂ ਨੂੰ ਵੀ ਦੇਖ ਲੈਣ। ਇਹ ਇੱਕ ਚੰਗਾ ਪ੍ਰੋਸੈਸ ਆ, ਸਭ ਨੂੰ ਚਾਂਸ ਮਿਲਣਾ ਚਾਹੀਦਾ। ਅਸੀਂ ਖੁਦ ਵੀ 2014 'ਚ ਇਸ ਤਰ੍ਹਾਂ ਹੀ ਸਾਰੇ ਪੰਜਾਬ ਤੋਂ ਐਪਲੀਕੇਸ਼ਨਾਂ ਮੰਗਾ ਕੇ ਸਕਰੀਨਿੰਗ ਕੀਤੀ ਸੀ, 3-4 ਦਿਨ ਲੱਗੇ ਰਹੇ ਸੀ, ਕੁਝ ਚੰਗੇ ਕੈਂਡੀਡੇਟ ਉਹਦੇ 'ਚ ਆਏ ਵੀ ਸੀ। ਤੇ ਇਸ ਤਰ੍ਹਾਂ ਹੀ ਕਾਂਗਰਸ ਦੀ ਇੱਕ ਆਪਣੀ ਪ੍ਰਕਿਰਿਆ ਹੈ, ਪਰ ਜਿਹੜੇ ਕਈ ਹੋ ਸਕਦਾ ਉਹ ਛਾਣਨੇ 'ਚੋਂ ਨਾ ਨਿਕਲਣ, ਫਿਰ ਛਾਣਨੇ 'ਚ ਜਿਹੜੀ ਚੀਜ਼ ਫਸ ਜਾਂਦੀ ਹੈ ਕੂੜੇ ਤੇ ਸੁੱਟ ਦਿੰਦੇ ਆ, ਉੱਥੇ ਉਹ ਉੱਗ ਪਵੇ ਕੂੜੇ ਤੇ, ਜਾਂ ਜਾਣੀ ਜੋ ਮਰਜ਼ੀ ਬਣੇ ਉਹ। ਤੇ ਫਿਰ ਤੁਸੀਂ ਦੇਖਿਆ ਹੀ ਆ, ਮੈਂ ਕਿਹੜੀ ਆਪਣੀ ਵੱਲੋਂ ਗੱਲ ਕਹਿ ਰਿਹਾ, ਇਹ ਹੁਣ ਛਾਨਣਾ ਲੱਗੂ। ਸਕਰੀਨਿੰਗ ਦਾ ਮਤਲਬ ਤੇ ਛਾਨਣਾ ਹੀ ਹੁੰਦਾ, ਹੋਰ ਕੀ ਹੁੰਦਾ। ਛਾਨਣਾ ਲੱਗੂਗਾ, ਇੱਕ ਪਾਸੇ ਸਿੱਧੂ ਨੇ ਫੜਿਆ ਹੋਊਗਾ, ਦੂਜੇ ਪਾਸੇ ਹੋਰ ਦੋ, ਚੰਨੀ ਸਾਹਿਬ ਤੇ ਸ਼ਾਇਦ ਇਹਦੇ 'ਚ ਨਹੀਂ ਹੋਣਗੇ, ਸਿੱਧੂ ਸਾਹਿਬ ਸ਼ਾਇਦ ਹੋਣਗੇ, ਜਾਂ ਜਿਹੜੀ ਵੀ ਕਮੇਟੀ ਬਣਦੀ ਆ। ਅੱਜ ਮੈਨੂੰ ਇਸ ਗੱਲ ਦਾ ਪੂਰਾ ਇਲਮ ਨਹੀਂ ਹੈ, ਉਹ ਛਾਨਣਾ ਚੱਲੂਗਾ। ਤੇ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਸੁਖਵਿੰਦਰ, ਇਹਨਾਂ ਦੀ ਆਕਸੀਜਨ ਇਲੈਕਸ਼ਨਾਂ ਹੁੰਦੀ ਆ, ਉਦੋਂ ਹੀ ਸਿਲੰਡਰ ਇਕੱਠੇ ਕਰਦੇ ਆਕਸੀਜਨ ਦੇ। ਜੇ ਉੱਥੋਂ ਬਾਹਰ ਕੱਢ ਦਿਓ ਇਹਨਾਂ ਨੂੰ, ਸਮਝ ਲਓ ਫਿਰ ਦੂਏ ਸਾਲ ਬਹੁਤ ਇਹਨਾਂ ਦੀ ਉਂਝ ਤੇ ਉਮਰ 5 ਸਾਲ ਘਟਣੀ ਹੁੰਦੀ ਹੈ, ਜੇ ਇਲੈਕਸ਼ਨ ਨਾ ਲੜਨ ਤੇ 20 ਸਾਲ ਸਿੱਧੀ ਥੱਲੇ ਡਿੱਗ ਪੈਂਦੇ ਆ, ਕਿਉਂਕਿ ਇਹਨਾਂ ਦੀ ਖੁਰਾਕ ਹੀ ਚੋਣਾਂ ਆ। ਉਦੋਂ ਇਹਨਾਂ ਨੇ ਧਮਚੜੇ ਪਾਉਣੇ ਆ, ਝੂਠੇ ਸੱਚੇ ਫੈਲਾਉਣੇ ਆ, ਆਪਣੇ ਸਾਰਾ ਕੁਝ ਇੱਧਰ ਉੱਧਰ ਕਨੈਕਸ਼ਨ ਕਮਾਉਣੇ ਆ, ਕਿੱਥੋਂ ਰੇਤਾ ਮਾਈਨਿੰਗ ਦਾ, ਹੋਰ ਸਾਰੇ ਦਾ, ਜਿੱਥੇ ਸਾਮਲਾਟ ਜ਼ਮੀਨਾਂ, ਸਾਰੇ ਸਰਵੇ ਹੋਣੇ ਆ। ਜਾਣੀ ਜੋ ਸਾਰੇ ਪੁੱਠੇ ਸਿੱਧੇ ਕੰਮ, ਉਹ ਇਲੈਕਸ਼ਨਾਂ ਦੇ ਦਿਨਾਂ ਹੀ ਵਾਅਦੇ ਵੂਦੇ। ਉਹ ਠੱਗ ਟੋਲਾ ਜਿਹੜਾ ਬਾਕੀ ਵੀ ਹੁੰਦਾ, ਉਹ ਵੀ ਦੁਆਲੇ ਮੱਖੀਆਂ ਵਾਂਗੂ ਇਕੱਠਾ ਹੁੰਦਾ ਪੋਲੀਟੀਸ਼ੀਅਨਾਂ ਦੇ ਇਹਨਾਂ ਦਿਨਾਂ 'ਚ ਨਾ, ਕੁਛ ਦੇ ਕੁਛ ਲੈ, ਉਹ ਸਾਰੀਆਂ ਨੱਟੀ ਗੱਟੀ ਅੱਟੀ ਸੱਟੀ ਸਾਰਾ ਕੁਝ ਇਹਦੋਂ ਹੀ ਹੁੰਦਾ।
ਉਹ ਇਸੇ ਕਰਕੇ ਜੇ ਇਹ ਖੇਲ ਚੋਂ ਬਾਹਰ ਹੋ ਜਾਣ ਤੇ ਫਿਰ ਉਹਨਾਂ ਨੂੰ ਉਹ ਤੇ ਸਮਝ ਲਓ ਗਿਆ, ਕੰਮ ਹੀ ਉਹਨਾਂ ਦਾ ਗਿਆ। ਉਹ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਆਪਣੀ ਕੁੰਡੀ ਫਸਾਉਣਗੇ। ਤੇ ਸਭ ਤੋਂ ਨੇੜੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਆ। ਹਾਂ, ਜਜਮਾਨ ਤੋਂ ਡੂਬੇ ਹਮੇ ਵੀ ਡੂਬ ਲਿਆ, ਹੈ ਨਾ। ਤੇ ਉਹ ਖੁਦ ਤੇ ਡੁੱਬਣ ਦੇ ਐਨ ਕਿਨਾਰੇ ਹੀ ਬੈਠੇ ਆ ਨਾਲ ਜਿਹੜੇ ਉਹਨਾਂ ਦੀ ਗੱਡੀ 'ਚ ਬੈਠਣਗੇ, ਬੇੜੀ 'ਚ ਬੈਠਣਗੇ, ਤੇ ਉਹ ਕਿੱਥੇ ਕੁ ਜਾਣਗੇ ਤੁਸੀਂ ਉੱਥੋਂ ਅੰਦਾਜ਼ਾ ਲੈ ਲਓ। ਜਦੋਂ ਮਲਾਹ ਹੀ ਜਿਹੜਾ ਖੁਦ ਚਲਾਉਣ ਵਾਲਾ ਬੇੜੀ ਨੂੰ, ਉਹਦਾ ਹੀ ਨਹੀਂ ਪਤਾ। ਤੁਸੀਂ ਗੱਲ ਕਹੀ ਆ ਵੀ ਪਟਿਆਲੇ ਤੋਂ ਆ ਤੁਸੀਂ ਵੀ, ਹੈ ਨਾ, ਸਮਝਦੇ ਹੀ ਹੋ ਉੱਥੇ ਕੀ ਹਾਲਤ ਆ। ਪਰ ਮੈਂ ਇਹ ਕਹਿੰਦਾ ਕਿ ਜੇ ਤਕੜਾ ਜਿਹਾ ਕੈਂਡੀਡੇਟ ਖੜਾ ਕਰਕੇ ਕੈਪਟਨ ਸਾਹਿਬ ਨੂੰ ਹਰਾਤਾ ਜਾਏ ਤੇ ਉਹਨਾਂ ਦਾ ਜੀਵਨ ਵੀ ਸੁਧਰ ਜਾਊਗਾ, ਜੀਵਨ ਲੰਬਾ ਵੀ ਹੋ ਜਾਊਗਾ ਤੇ ਜੀਵਨ ਸ਼ਾਂਤਮਈ ਵੀ ਹੋ ਜਾਊਗਾ। ਜੇ ਉਹ ਆਪ ਇਹ ਗੱਲ ਨਹੀਂ ਸਮਝ ਸਕੇ ਤੇ ਕਾਂਗਰਸ ਨੂੰ ਉਹਨਾਂ ਦੀ ਸੇਵਾ 'ਚ, ਉਹਨਾਂ ਦੇ ਹਿੱਤ ਵਿੱਚ ਉਹਨਾਂ ਨੂੰ ਹਰਾ ਦੇਣਾ ਚਾਹੀਦਾ। ਬਿਲਕੁਲ। ਅਗਲੀ ਗੱਲ ਜਿਹੜੀ ਪ੍ਰੋਫੈਸਰ ਸਾਹਿਬ ਇਹ ਆ ਕਿ ਨਵਜੋਤ ਸਿੱਧੂ ਕਹਿੰਦੇ ਕਿ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਖੇਤੀ ਮੰਤਰੀ ਨੇ ਕਾਕਾ ਰਣਦੀਪ, ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਕਾਨੂੰਨੀ ਗਰੰਟੀ ਦੇਵਾਂਗੇ। ਕਿਸਾਨਾਂ ਨੂੰ ਏਦਾਂ ਕਹਿ ਲਓ ਕਿ ਲੁਭਾਉਣ ਦੀਆਂ ਕੋਸ਼ਿਸ਼ਾਂ ਨੇ, ਪਰ ਕਿਸਾਨ ਪੁੱਛਦੇ ਨੇ ਕਿ ਮੈਂ ਰੋਜ਼ ਇਹ ਗੱਲ ਕਰਦਾ, ਲੋਕਾਂ ਨੇ ਕਿਹਾ ਕਿ ਰੋਜ਼ ਹੀ ਗੱਲ ਕਰ ਦਿੰਦਾ, ਇਹ ਉਦੋਂ ਤੱਕ ਹੋਣੀ ਹੈ ਜਦੋਂ ਤੱਕ ਮੁੱਦੇ ਦਾ ਹੱਲ ਨਹੀਂ ਨਿਕਲਦਾ, ਕਿ ਸਾਰਾ ਕਰਜ਼ਾ ਮਾਫ ਕਰ ਦਿਓ, ਤੁਹਾਡੀ ਸਰਕਾਰ ਹੈ, ਤੁਸੀਂ ਮੀਟਿੰਗਾਂ ਅੱਗੇ ਪਾਉਂਦੇ ਹੋ। ਕਿਸਾਨ ਕਹਿੰਦੇ ਕਿ ਅਸੀਂ ਅਗਲੀ ਮੀਟਿੰਗ ਚ ਆਉਣਾ ਨਹੀਂ, ਤੇ ਫਿਰ ਤੁਸੀਂ ਉਹਨਾਂ ਨੂੰ ਆਪ ਹੀ ਦੇ ਦਿਓ ਕਿ ਅਸੀਂ ਤੁਹਾਡਾ ਆਹ ਮਸਲਾ ਹੱਲ ਕਰਨਾ ਹੀ, ਲਓ ਤੁਹਾਡਾ ਸਾਰਾ ਕਿਸਾਨਾਂ ਕਰਜ਼ਾ ਜਿਹੜਾ ਮਾਫ ਕਰਤਾ। ਐਮਐਸਪੀ ਦਾ ਕਾਨੂੰਨੀ ਗਰੰਟੀ ਤਾਂ ਸਿੱਧਾ ਸਿੱਧਾ ਕਹਿ ਸਕਦੇ ਆ ਕਿ ਚੋਣਾਂ ਸਿਰ ਦੇ ਉੱਤੇ ਨੇ, ਇਸ ਕਰਕੇ ਵਾਅਦੇ ਕਰੀ ਜਾਓ, ਗਾਂ ਆਵਾਂਗੇ ਤਾਂ ਦੇਖਾਂਗੇ, ਨਹੀਂ ਆਏ ਤਾਂ ਨਹੀਂ ਸੀ। ਮੇਰੇ ਖਿਆਲ ਸੁਖਵਿੰਦਰ, ਮੈਂ ਵੀ ਉਹ ਕਲਿੱਪ ਸੁਣੀ ਆ, ਜਾਂ ਤੇ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਚ ਫਰਕ ਰਿਹਾ ਜਾਂ ਸਾਡੇ ਸਮਝਣ 'ਚ ਰਿਹਾ। ਦੋ ਗੱਲਾਂ ਅਲੱਗ-ਅਲੱਗ ਆ। ਇੱਕ 3-4 ਫਸਲਾਂ ਦੀਆਂ ਐਮਐਸਪੀ ਜਿਹੜੀ ਸਾਨੂੰ ਹੁਣ ਮਿਲ ਰਹੀ ਹੈ, ਜਿਹ 'ਚ ਨਰਮਾ ਹੈ, ਮੱਕੀ ਹੈ, ਕਣਕ ਝੋਨਾ ਤੇ ਹੈ ਜਾਂ ਗੰਨੇ 'ਚ ਵੀ ਐਮਐਸਪੀ ਤੈਅ ਹੁੰਦੀ ਆ। ਫਿਰ ਚਲੋ ਅੱਗੇ ਜੋ ਵੀ ਉਹਦਾ ਹੁੰਦਾ, ਇਹ 4-5 ਫਸਲਾਂ ਦੀ ਪੰਜਾਬ 'ਚ ਮਿਲ ਰਹੀ ਹੈ, ਇਹੀ ਮੁੱਖ ਫਸਲਾਂ ਹੈਗੀਆਂ। ਉਹਦਾ ਪੈਸਾ ਇੰਨਾ ਜ਼ਿਆਦਾ ਹੁੰਦਾ ਕਿ ਉਹ ਸਟੇਟ ਆਪਣੇ ਤੌਰ ਤੇ ਨਹੀਂ ਖਰੀਦ ਸਕਦੀ। ਠੀਕ ਹੈ। ਉਹਨੇ ਵੀ ਕਿਹਾ ਕਿ ਸੈਂਟਰ ਨੂੰ ਇਹ ਐਮਐਸਪੀ ਗਰੰਟੀਡ ਬਣਾਉਣ ਲਈ, ਅਮਰ ਸਿੰਘ ਉੱਥੇ ਸਟੇਜ ਤੇ ਖੜੇ ਸੀ, ਕਿ ਇਹ ਪ੍ਰਾਈਵੇਟ ਬਿੱਲ ਪਾਰਲੀਮੈਂਟ 'ਚ ਪੇਸ਼ ਕਰਨ। ਸੁਣਿਆ ਹੋਣਾ ਤੁਸੀਂ ਐਮਐਸਪੀ ਦੇ ਲਈ। ਹਾਂ, ਐਮਐਸਪੀ ਲਈ ਉੱਥੇ ਪ੍ਰਾਈਵੇਟ ਬਿੱਲ ਪੇਸ਼ ਕਰਨ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਆ। ਐਗਰੀਕਲਚਰ ਚੁੱਪ ਕਰਕੇ ਹਰ ਗੱਲ ਹੀ ਸੈਂਟਰ ਤੇ ਨਹੀਂ ਪਾ ਸਕਦਾ। ਕੇਰਲਾ ਦੀ ਬੜੀ ਸਾਫ਼-ਸਾਫ਼ ਐਗਜ਼ਾਮਪਲ, ਉਦਾਹਰਨ ਸਾਡੇ ਸਾਹਮਣੇ ਆ ਕਿ ਉਹਨਾਂ ਨੇ 20-22 ਫਸਲਾਂ ਜਿਹੜੀਆਂ ਥੋੜੀਆਂ ਮਲੇਰਕੋਟਲੇ ਦੀਆਂ ਸਬਜ਼ੀਆਂ, ਹੋਰ ਕਿਤੇ ਦੀਆਂ ਦਾਲਾਂ, ਕਿਤੇ ਹੋਰ ਜਿਹੜਾ ਆਪਾਂ ਝੋਨੇ ਤੋਂ ਬਾਹਰ ਕੱਢਣੀ ਚਾਹੁੰਦੇ ਆ ਖੇਤੀ ਨੂੰ, ਉੱਥੇ ਹੋਰ ਫਸਲਾਂ ਲਾਵਾਂਗੇ, ਉਹਦੇ 'ਚ ਦਾਲਾਂ ਲੱਗ ਸਕਦੀਆਂ, ਉਹਦੇ 'ਚ ਤੇ ਜਿਹੜੇ ਸਰਦੀਆਂ ਦੇ ਵਿੱਚ ਸਰਸੋਂ ਜਾਂ ਹੋਰ ਕਿਹੜੀਆਂ ਵੀ ਕਰੌਪ, ਤਾਰਾ ਮੀਰਾ ਭਾਵੇਂ ਲਾਓ, ਜੋ ਮਰਜ਼ੀ ਲਾਓ, ਇਹ ਸਾਰੀਆਂ ਫਸਲਾਂ ਤਿਲ ਹੋਣ, ਹੋਰ ਹੁਣ ਅੱਗੇ ਲੱਗਦੇ ਰਹੇ ਸੀ ਪਿੰਡਾਂ 'ਚ। ਮੈਂ ਸਾਰਾ ਕੁਝ ਖੇਤੀ ਖੁਦ ਕਰਦਾ ਰਿਹਾ, ਤੇ ਕਿਉਂ ਨਾ ਕਿਤੇ ਵੀ ਇਹ ਚੰਨੀ ਵਾਲੀ ਆਦਤ ਹੋ ਗਈ ਹੈ ਕਿ ਮੈਂ ਇਹ ਵੀ ਕਰਦਾ ਰਿਹਾ, ਮੈਂ ਰੰਦਾ ਵੀ ਮਾਰਦਾ ਰਿਹਾ। ਗੱਲ ਵੈਸੇ ਮੈਨੂੰ ਉਹਦੀ ਚੰਗੀ ਲੱਗਦੀ ਆ ਵੀ ਜਿਹਨੇ ਕੀਤਾ ਉਹੀ ਦੱਸੂਗਾ, ਕੈਪਟਨ ਥੋੜੀ ਕਹੂਗਾ ਕਿ ਮੈਂ ਹਲ ਵਾਹੁੰਦਾ ਰਿਹਾ ਤੇ ਜਿਹੜਾ ਕਰਦਾ ਰਿਹਾ ਉਹਨੂੰ ਦੱਸਣ ਦੇ ਹਰਜ ਕੋਈ ਨਹੀਂ। ਪਰ ਜ਼ਿਆਦਾ ਬਾਰ-ਬਾਰ ਕਹੂਗਾ ਤੇ ਫਿਰ ਥੋੜਾ ਜਿਹਾ ਵੱਧ ਜਾਂਦਾ ਆ। ਤੇ ਤਾਰਾ ਮੀਰਾ ਬਹੁਤਿਆਂ ਨੂੰ ਪਤਾ ਹੀ ਨਹੀਂ ਕੀ ਹੁੰਦਾ ਆ। ਉਸ ਕਿਸਮ ਦੀਆਂ ਫਸਲਾਂ, ਉਹ ਇਹਦੇ ਵਾਂਗੂ ਹੁੰਦਾ, ਆਇਲ ਸੀਡ ਕ੍ਰੌਪ ਹੈਗੀ। ਉਹਨੇ ਕਿਹਾ ਕਿ ਇਹ ਸਾਰੀਆਂ ਫਸਲਾਂ, ਫਲ, ਸਬਜ਼ੀਆਂ, ਆਇਲ ਸੀਡ ਹੈ ਨਾ, ਜਿਨ੍ਹਾਂ 'ਚੋਂ ਤੇਲ ਨਿਕਲਦਾ, ਜਾਂ ਤੁਸੀਂ ਹੋਰ ਲਾ ਲਓ ਦਾਲਾਂ, ਇਹ ਸਾਰੀਆਂ ਜਿਹੜੀਆਂ, ਇਹਨਾਂ ਦਾ 1000-2000 ਕਰੋੜ ਰੁਪਈਏ ਦਾ ਹੋਊਗਾ। ਕਿੰਨਾ ਕੁ ਤੁਸੀਂ ਕਰੋਗੇ? ਕੁਛ ਸਟੋਰ ਚੇਨ ਬਣਾ ਲਓ। ਉਹਦੀ ਪੈਕੇਜ ਇਹ ਹੈ ਕਿ ਜੇ ਪੰਜਾਬ ਦੀ ਖੇਤੀ ਨੂੰ ਬਚਾਉਣਾ, ਖਾਸ ਕਰ 5 ਏਕੜ ਵਾਲਿਆਂ ਤੋਂ ਥੱਲੇ ਵਾਲਿਆਂ ਨੂੰ ਬਚਾਉਣਾ, ਤਾਂ ਕੋਆਪਰੇਟਿਵਸ ਬਣਾਏ ਜਾਣ। ਮੇਰੀ ਵੀ ਗੱਲ ਉਹਨਾਂ ਨਾਲ ਹੋਈ ਸੀ, ਉਹ ਬਿਲਕੁਲ ਉਦੋਂ ਸਟੇਜ ਤੇ ਗੱਲ ਹੋਈ ਸੀ ਜਿੱਦਣ ਅਸੀਂ ਚੰਡੀਗੜ੍ਹ ਪ੍ਰੋਗਰਾਮ, ਮੈਂ ਇਹ ਪ੍ਰਪੋਜ਼ਲ ਦਿੱਤੀ ਸੀ ਕਿ ਉਹ ਬਿਲਕੁਲ ਸਿਰ ਹਿਲਾ ਰਹੇ ਸੀ ਵੀ ਹਾਂ ਇਹ ਬੜੀ ਤਕੜੀ ਗੱਲ ਹੈ। ਉਹੋ ਹੀ ਗੱਲ ਉਹ ਅੱਜ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਪਣਾ, ਮੈਂ ਸੁਣਿਆ, ਤੁਸੀਂ ਵੀ ਸੁਣਿਆ ਹੋਣਾ, ਕਿ ਉਹ 80% ਕੀਮਤ ਉਸੇ ਵੇਲੇ ਉਹਨਾਂ ਨੂੰ ਮਿਲ ਜੂਗੀ ਜਿਹੜਾ ਸਮਾਨ ਉਹ ਸਟੋਰਾਂ ਦੇ ਵਿੱਚ, ਜਿਹੜੇ ਆਪਾਂ ਗੋਡਾਊਨ ਬਣਾਵਾਂਗੇ ਜਾਂ ਕੋਲਡ ਚੇਨਸ ਬਣਾਵਾਂਗੇ, ਉਹਨਾਂ ਨੂੰ ਮਿਲ ਜੂਗੀ। ਪਰ ਉਦੋਂ ਬਾਅਦ 2-3 ਮਹੀਨਿਆਂ 'ਚ ਜੇ ਉਹ ਕਿਤੇ ਹੋਰ ਵੇਚਣੀ ਵੀ ਚਾਹੁਣ ਤੇ ਉਹ ਵੇਚ ਸਕਦੇ। ਆਪਣੀ ਵੱਧ ਕੀਮਤ ਜੇ ਮਿਲਦੀ ਆ ਉਹਨਾਂ ਨੂੰ, ਕੋਈ ਮਾਰਕੀਟ ਰੇਟ ਵੱਧ ਜਾਂਦਾ ਤੇ ਸਾਡੀ ਐਮਐਸਪੀ ਤੋਂ ਵੱਧ, ਇਹ ਤੋਂ ਵੇਚ ਲੈਣ।
ਕਹਿਣ ਦਾ ਮਤਲਬ ਜੇ ਤੁਸੀਂ ਦਿਲ ਤੁਹਾਡਾ ਕਿਸਾਨਾਂ ਲਈ ਧੜਕਦਾ, ਜੇ ਕਿਸਾਨਾਂ ਨੂੰ ਬਚਾਉਣਾ, ਕਿਸਾਨਾਂ ਨੂੰ ਖੁਸ਼ਹਾਲ ਕਰਨਾ, ਉਹਦੇ ਨਾਲ ਸਿਰਫ ਕਿਸਾਨਾਂ ਨੂੰ ਨਹੀਂ ਫਾਇਦਾ, ਉਹ ਪੈਸਾ ਖਰਚਣਗੇ ਕਿਸਾਨ ਤੇ ਸਟੇਟ ਨੂੰ ਟੈਕਸ ਆਊਗਾ, ਸਟੇਟ ਨੂੰ ਵੀ ਬਹੁਤ ਫਾਇਦਾ। ਜਦੋਂ ਇਕਨੋਮੀ ਵੱਧਦੀ ਫੁੱਲਦੀ ਹੈ ਤੇ ਸੂਬੇ ਦੇ ਖਜ਼ਾਨੇ 'ਚ ਵੀ ਤੇ ਪੈਸਾ ਜਾਊਗਾ ਨਾ। ਇਸ ਲਈ ਇਹ ਸਾਰਿਆਂ ਦਾ ਸਰਬੱਤ ਦਾ ਭਲਾ, ਸਰਕਾਰ ਦਾ, ਇਨਸਾਨਾਂ ਦਾ ਭਲਾ ਕਰਨਾ, ਸਰਕਾਰ ਦਾ ਭਲਾ ਕਰਨਾ, ਕਿਸਾਨਾਂ ਦਾ ਭਲਾ ਕਰਨਾ, ਸਰਕਾਰ ਦਾ ਭਲਾ ਕਰਨਾ। ਇਸ ਲਈ ਉਹ ਇੱਕ ਬਣਾਈ ਜਾਵੇ, ਸਰਕਟ ਬਣਾਇਆ ਜਾਏ, ਜਿਹਦੇ ਨਾਲ ਉਹ ਕਹਿ ਰਹੇ ਕਿ ਇਹੋ ਜਿਹੀਆਂ ਜਿਹੜੀਆਂ ਫਸਲਾਂ ਥੋੜੀਆਂ ਇਸ ਦੀ MSP ਕੇਰਲਾ ਦੀ ਜਿਹੜੇ ਉਸ ਦੇ ਪੈਟਰਨ ਦੇ ਉੱਤੇ, ਉਸੇ ਤਰਜ਼ ਦੇ ਉੱਤੇ ਇੱਥੇ ਲਾਗੂ ਕੀਤੀ ਜਾਵੇ ਤੇ ਸੂਬਾ ਉਹਦੀ ਜ਼ਿੰਮੇਵਾਰੀ ਲਏ। ਮੇਰਾ ਖਿਆਲ ਇਹ ਕਾਫੀ ਹੱਦ ਤੱਕ ਠੀਕ ਹੈਗਾ। ਪਰ ਇਹ ਸਾਰੀ ਚੀਜ਼ ਨੂੰ ਵਿਉਂਤਬੰਦੀ ਨਾ ਕਰਨਾ ਪਊਗਾ। ਪਹਿਲਾਂ ਕਿਹੜਾ ਕਰਨਾ, ਕਿੱਥੇ ਕਰਨਾ, ਐਕਸਪੈਰੀਮੈਂਟ ਤੌਰ ਤੇ ਕਰਨਾ ਜਾਂ ਇੱਕਦਮ ਯਕਦਮ ਸਾਰਾ ਕੁਝ ਕਰਨਾ, ਪਰ ਇਹ ਬਹੁਤ ਵੱਡਾ ਖਰਚਾ ਨਹੀਂ ਹੈ। ਔਰ ਇੱਕ ਅਗਲੀ ਗੱਲ ਵੀ ਉਹਨਾਂ ਨੇ ਜਿਹੜੀ ਕਹੀ ਹੈ ਕਿ ਅਸੀਂ ਚੀਜ਼ਾਂ ਦੀ ਜਿਹੜੀ ਅੰਗਰੇਜ਼ੀ 'ਚ ਕਹਿੰਦੇ ਵੈਲਿਊ ਐਡੀਸ਼ਨ, ਮਤਲਬ ਤੁਸੀਂ ਸਿੱਧੀ ਸਰੋਂ ਵੇਚਣ ਦੀ ਜਗ੍ਹਾ ਸਰਕਾਰ ਵੱਡੇ ਕੋਲੂ ਲਾਵੇ, ਉੱਥੇ ਟਰੱਕਾਂ ਦੇ ਟਰੱਕ, ਰੋਜ਼ ਤੇਲਾਂ ਦੇ ਤੇਲ ਟੈਂਕਰ ਭਰ ਗੱਡੀਆਂ, ਰੇਲ ਗੱਡੀਆਂ ਜਾ ਰਹੀਆਂ ਸਾਰੇ ਦੇਸ਼ ਨੂੰ। ਉਹਨਾਂ ਦੀ ਮੋਦੀ ਦੀ ਬੋਤਲ 200 ਰੁਪਏ, ਸਾਡੀ ਬੋਤਲ 150 ਰੁਪਏ ਜਾਂ 125 ਰੁਪਏ, ਸਾਡਾ ਹੀ ਚੱਲੂ ਸਾਰਾ ਤੇਲ ਮਾਰਕਫੈਡ ਦਾ। ਉਹ ਕਹਿੰਦਾ ਵੀ ਆ ਵੀ ਕੰਮ ਆਪਾਂ ਨਾਲੋਂ ਨਾਲ ਕਰੀਏ। ਮੇਰਾ ਖਿਆਲ ਹੈ ਕਿ ਦੇਖੋ ਕੁਛ ਨਾ ਕੁਛ ਕਰਨਾ ਪਊਗਾ, ਨਹੀਂ ਤੇ ਕਿਸਾਨ ਨੂੰ ਤੁਸੀਂ ਜਿੰਨੇ ਮਰਜ਼ੀ ਕਰਜ਼ਿਆਂ ਤੇ ਲੀਕਾਂ ਮਾਰ ਦਿਓ, ਇਹ ਤਮਾਸ਼ੇ ਆ। ਕਰਜ਼ਾ ਜਿਹਦਾ ਰੋਜ਼ ਚੜ੍ਹਦਾ ਹੀ ਕਰਜ਼ਾ ਜ਼ਿਆਦਾ, ਰੋਜ਼ ਦਾ ਉਹਨੂੰ ਘਾਟਾ ਪਈ ਜਾ ਰਿਹਾ। ਕਰਜ਼ਾ ਇੱਕ ਵਾਰੀ ਸਾਰਾ ਲਾ ਦੋਗੇ 2 ਸਾਲ ਬਾਅਦ ਫਿਰ ਚੜ ਜਾਊਗਾ ਉਨਾ ਹੀ। ਉਹਨੂੰ ਜੇ ਲਾਉਣਾ ਤੇ ਉਹਦੀ ਆਮਦਨ ਵਧਾਓ, ਉਹ ਪੱਕਾ ਹੱਲ ਹੈਗਾ। ਹਾਂਜੀ ਸੁਖਵਿੰਦਰ। ਬਿਲਕੁਲ। ਹੁਣ ਇਹਦੇ ਵਿਚਾਲੇ ਮੈਂ ਵੀ ਸੁਣ ਰਿਹਾ ਸੀ ਨਵਜੋਤ ਸਿੱਧੂ ਨੂੰ, ਉਹ ਕਹਿੰਦੇ ਕਿ ਕੇਜਰੀਵਾਲ ਦੇ ਮਗਰ ਨਾ ਲੱਗ ਜਿਓ। ਇਹਨੇ ਜਿਹੜੇ ਮੁੱਦੇ ਕਹਿੰਦੇ ਕੇਜਰੀਵਾਲ ਹੋਰਾਂ ਨੇ ਕਹੇ ਸੀ, ਉਹ ਅਸੀਂ ਉਹਨਾਂ ਸਾਰਿਆਂ ਦਾ ਹੱਲ ਕੱਢਤਾ। ਅਸੀਂ ਬਿਜਲੀ ਦਾ ਕੱਢਤਾ, ਅਸੀਂ ਸਿੱਖਿਆ ਦਾ ਕੱਢਤਾ, ਅਸੀਂ ਸਰਕਾਰੀ ਸਕੂਲਾਂ ਚੱਕ ਦਿਆਂਗੇ। ਪਰ ਗੱਲ ਤਾਂ ਇਹ ਆ ਕਿ ਇੱਕ ਫਾਇਦਾ ਤਾਂ ਹੋਇਆ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਆਉਣ ਦੇ ਨਾਲ ਮੁੱਦਿਆਂ ਦੀ ਸਿਆਸਤ ਜਿਹੜੀ ਆ ਉਹ ਹੋਰ ਜ਼ਿਆਦਾ ਮਤਲਬ ਕਿ ਵੱਧ ਗਈ ਆ। ਹਾਲਾਂਕਿ ਭਾਵੇਂ ਨਵਜੋਤ ਸਿੱਧੂ ਦੀ ਨਾ ਸੁਣਦੇ ਕਾਂਗਰਸ ਵਾਲੇ, ਪਰ ਜਦੋਂ ਤੋਂ ਕੇਜਰੀਵਾਲ ਸਾਹਿਬ ਦੇ ਗੇੜੇ ਸ਼ੁਰੂ ਹੋਏ ਪੰਜਾਬ ਦੇ ਵਿੱਚ, ਥੋੜਾ ਜਿਹਾ ਹਲਚਲ ਨਜ਼ਰ ਆਈ। ਕਿ ਚਾਹੀਦਾ ਨਹੀਂ ਕਿ ਦੂਜੇ ਤੀਜੇ ਨੰਬਰ ਦੇ ਉੱਤੇ ਪੰਜਾਬ ਦੇ ਵਿੱਚ ਜੇ ਸੱਤਾ ਦੇ ਵਿੱਚ ਨਹੀਂ ਲੋਕ ਲਿਆਉਣਾ ਚਾਹੁੰਦੇ ਜਾਂ ਲੋਕਾਂ ਦਾ ਮਨ ਕੀ ਆ ਉਹ ਤਾਂ ਲੋਕ ਦੱਸਣਗੇ, ਪਰ ਫਿਰ ਵੀ ਇੱਕ ਪ੍ਰੈਸ਼ਰ ਜਿਹੜਾ ਬਣਦਾ ਆ ਕਿ ਡਰ ਰਵੇ ਕਿ ਉਹ ਵਿਰੋਧੀ ਬੈਠੇ ਨੇ, ਨਹੀਂ ਤਾਂ ਲੋਕਾਂ ਨੇ ਉਹਨਾਂ ਨੂੰ ਚੁਣ ਲੈਣਾ। ਜਿਵੇਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਰਹੀ ਆ, ਇੱਕ ਮੌਕਾ ਤਾਂ ਕਹਿੰਦੇ ਬਣਦਾ ਆ। ਦੇਖੋ ਮੌਕਾ ਤੇ ਜਿੰਨਾ ਮਰਜ਼ੀ ਲਈ ਜਾਣ, ਇੱਕ ਲੋਕ ਖਾਸ ਤੌਰ ਤੇ ਇਹ ਗੱਲ ਕਰਦੇ ਆ ਕਿ ਜਿਹੜਾ ਬੰਦਾ ਆਪਣਾ ਘਰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕਿਹੜਾ ਸਾਂਭੂਗਾ। ਉਹ ਕਹਿੰਦੇ 4 MP ਜਿਤਾਏ, 2 ਨੂੰ ਸਸਪੈਂਡ ਹੀ ਰੱਖਿਆ, 4.5 ਸਾਲ ਨਾ ਬਾਹਰ ਕੱਢਿਆ ਨਾ ਅੰਦਰ ਰੱਖਿਆ। 20 MLA ਜਿਤਾਏ, 11 ਬਾਹਰ ਚਲੇ ਗਏ, 10 ਤੇ ਚਲੇ ਹੀ ਗਏ ਆ। ਹੋਰ ਵੀ ਅਜੇ ਕਈ ਥੋੜਾ ਜਿਹਾ ਬੈਗ ਬੰਨੀ ਫਿਰਦੇ ਆ, ਪਤਾ ਨਹੀਂ ਕਿਹੜੇ ਵੇਲੇ ਗੱਡੀ ਟਿਕਟ ਲੈ ਕੇ ਜਾ ਵੱਜਣ ਕਿਤੇ ਹੋਰ। ਇਹ ਜਿਹੜੇ ਬੰਦੇ ਆਪਣੇ ਹੀ ਨਹੀਂ ਘਰ ਸਾਂਭ ਸਕਦੇ, ਪਾਰਟੀ ਤੇ ਹੈ ਹੀ ਨਹੀਂ। ਇਹਦੇ ਸਟੇਸ਼ਨ ਤੇ ਬੈਠੀ ਪਾਰਟੀ ਹੈ, ਜਿਹੜੀ ਗੱਡੀ ਆਈ ਕੋਈ ਉੱਧਰ ਚੜ ਗਿਆ, ਕੋਈ ਉੱਧਰ ਚੜ ਗਿਆ, ਕੋਈ ਕਾਨਪੁਰ ਚਲਾ ਗਿਆ, ਕੋਈ ਲਾਹੌਰ ਚਲਾ ਗਿਆ। ਉਹੋ ਜਿਹਾ ਕੰਮ ਹੈ। ਤੁਸੀਂ ਮੈਂ ਚੈਨਲ ਦਾ ਨਾਂ ਨਹੀਂ ਲੈਂਦਾ, ਕਈ ਚੈਨਲਾਂ ਨੇ ਆਪਣਾ ਇੱਕੋ ਫੋਟੋ ਜੀ ਜਿਹੜੀ ਲਾਉਂਦੇ ਆ, ਤੁਹਾਡੇ ਟੈਕਨੀਕਲ ਟਰਮ 'ਚ ਪਤਾ ਨਹੀਂ ਕੀ ਹੋਣਾ, ਬਾਰ ਉਹ ਫਲੈਸ਼ ਹੁੰਦੀ ਆ ਚੋਣਾਂ ਲਈ, ਉਹ 'ਚ 5 ਚਿਹਰੇ ਪਾਰਟੀਆਂ ਦੇ ਲਾਏ ਆ। ਠੀਕ ਹੈ, ਕੀ ਕਹਿੰਦੇ ਸੁਖਵਿੰਦਰ, ਉਹਨੂੰ ਪਤਾ ਕੁਛ? ਇਲੈਕਸ਼ਨ ਪਲੇਟ ਕਈ ਲਾ ਦਿੰਦੇ ਨੇ, ਕਈ ਉਹਦਾ ਫੋਟੋ ਵਾਇਰਲ। ਆਹੋ ਬਸ ਇੰਜ ਪਲੇਟ ਬਣਾਈ ਹੋਈ ਆ, ਇਲੈਕਸ਼ਨ ਪਲੇਟ। ਉਹਦੇ 'ਚ ਕਾਂਗਰਸ ਵੱਲੋਂ ਲਾਇਆ ਹੋਇਆ ਨਵਜੋਤ ਸਿੰਘ ਸਿੱਧੂ, ਅਕਾਲੀ ਦਲ ਵੱਲੋਂ ਲਾਇਆ ਸੁਖਬੀਰ ਸਿੰਘ ਬਾਦਲ, ਤੇ BSP ਦਾ ਕੋਈ ਨਹੀਂ ਲਾਇਆ ਉਹਨਾਂ ਨੂੰ, ਕਿਉਂਕਿ ਉਹ ਸੁਖਬੀਰ ਸਿੰਘ ਦੇ ਨਾਲ ਹੀ ਜੁੜਿਆ। ਤੇ ਆਮ ਆਦਮੀ ਪਾਰਟੀ ਵੱਲੋਂ ਲਾਇਆ ਕੇਜਰੀਵਾਲ, ਤੇ BJP ਵੱਲੋਂ ਲਾਇਆ ਮੋਦੀ, ਸਭ ਤੋਂ ਵੱਡਾ ਅੱਗੇ ਕਰਕੇ, ਸਭ ਤੋਂ ਵੱਡਾ ਚਿਹਰਾ ਉਹਦਾ। ਜਿਹੜੀ ਹੈ ਹੀ ਨਹੀਂ ਪਾਰਟੀ ਉਹ ਸਭ ਤੋਂ ਅੱਗੇ। ਤੇ ਉਹ ਤੇ ਬੰਦਾ ਗੁਜਰਾਤੀ ਆ, ਉਹਨੇ ਇੱਥੇ ਕੀ ਆਣਾ, ਮਖਾਣੇ ਲੈਣੇ? ਮੈਨੂੰ ਇਹ ਦੱਸ, ਉਹਦਾ ਚਿਹਰਾ ਕਿਉਂ ਦਿਖਾਉਂਦੇ ਇੱਥੇ? ਬਈ ਮੈਨੂੰ ਦੱਸੋ ਤੁਸੀਂ। ਮੋਦੀ ਦੇ ਨਾਂ ਤੇ ਵੋਟਾਂ ਲੈਣੀਆਂ? ਮੋਦੀ ਜਿਹਨੇ 700 ਸਾਡਾ ਕਿਸਾਨ ਸਾਡਾ ਸ਼ਹੀਦ ਕਰ ਦਿੱਤਾ, ਉਹਦੇ ਨਾਂ ਤੇ ਵੋਟਾਂ ਮੰਗ ਰਿਹਾ ਹੈ। ਕੋਈ ਚਿਹਰਾ ਨਹੀਂ ਇਹਨਾਂ ਕੋਲ, BJP ਕੋ ਹੈਗਾ? ਸ਼ਰਮ ਨਹੀਂ ਆਉਂਦੀ ਇਹਨਾਂ ਨੂੰ? ਔਰ ਜਿਹੜੇ ਜਾ ਕੇ ਦਲਾਲ ਤੇ ਉਹਨਾਂ ਦੇ ਮਿਡਲਮੈਨ ਬਣ ਕੇ ਜਾ ਕੇ ਵਿਚੋਲੀਏ ਬਣ ਕੇ ਜਾ ਰਹੇ ਉਹਨਾਂ ਕੋਲ, ਤੁਸੀਂ ਜਿਹੜਾ ਸ਼ੁਰੂ 'ਚ ਆਪਾਂ ਖਬਰ ਕੀਤੀ ਹੈ, ਉਹਨਾਂ ਨੂੰ ਨਹੀਂ ਦਿਖਦਾ ਕਿ ਕੀ ਹੋ ਰਿਹਾ। ਇਸ ਲਈ ਸੁਖਵਿੰਦਰ
ਇਹ ਬੰਦਿਆਂ ਕੋਲ ਪੰਜਾਬ ਦੇ ਅੰਦਰ ਕੋਈ ਪੋਲੀਟੀਕਲ ਚਿਹਰਾ ਹੀ ਨਹੀਂ ਹੈਗਾ ਜਿਹਨੂੰ ਉੱਥੇ ਲਵਾ ਦੇਣ ਜਾ ਕੇ ਵੀ ਸਾਡਾ ਭਗਵੰਤ ਮਾਨ ਲਾ ਦਿਓ, ਸਾਡਾ ਆਮਨ ਅਰੋੜਾ ਲਾ ਦਿਓ, ਸਾਡਾ ਹਰਪਾਲ ਚੀਮਾ ਲਾ ਦਿਓ। ਉਹ ਟੋਪੀ ਪਾ ਕੇ ਖੜਾ ਹੋ ਜਾਂਦਾ ਇੱਥੇ। ਮੈਨੂੰ ਟੋਪੀ ਨਾਲ ਨਫ਼ਰਤ ਨਹੀਂ ਹੈ, ਮੈਨੂੰ ਉਹ ਬੰਦਿਆਂ ਤੇ ਇਸ ਗੱਲ ਦਾ ਕਿੰਤੂ ਪਰੰਤੂ ਆ ਕਿ ਪੋਲਿਟਿਕਸ ਪੰਜਾਬ 'ਚ ਕਰਨੀ ਆ। ਟੋਪੀਆਂ ਪਾ ਕੇ ਤੁਸੀਂ ਆਪ ਖੜੇ ਆ ਇੱਥੇ, ਤੁਸੀਂ ਬਹੁਤ ਜਾਂਦੇ ਅਸੀਂ ਚੀਜ਼। ਲੋਕ ਇੱਥੇ ਇਹ ਗੱਲ ਕਹਿੰਦੇ ਨੇ ਨਾ, ਉਹ ਕਹਿੰਦੇ ਕਿ ਸਾਡੇ ਵਾਲੇ ਚਿਹਰੇ ਕਿਹੜਾ ਚੰਗੇ ਨਿਕਲ ਗਏ, ਅਕਾਲੀਆਂ ਦੇ, ਕਾਂਗਰਸ ਦੇ, ਉਹ ਕਹਿੰਦੇ ਪਰਖ ਲਿਆ ਸੀ। ਨਹੀਂ ਨਹੀਂ, ਮੈਂ ਕਹਿੰਦਾ ਕੂੜਾ ਹੋਵੇ ਪਰ ਹੈ ਤੇ ਪੰਜਾਬ ਦੇ। ਚੰਗਾ ਮਾੜਾ ਤੇ ਹੈ ਹੀ ਹੈ। ਜਿਹੜੇ ਮਾੜੇ ਕੰਮ ਕਰੂ ਉਹ ਮਾੜਾ ਹੋਊਗਾ, ਚੰਗਾ ਹੋਊ ਤੇ ਜਿਹੜੇ ਚੰਗੇ ਕੰਮ ਕਰੂ ਉਹ ਚੰਗਾ ਚਿਹਰਾ ਹੋਊਗਾ, ਲੋਕ ਉਹਨੂੰ ਪਸੰਦ ਕਰਨਗੇ। ਪਰ ਉਹ ਹੈ ਤੇ ਪੰਜਾਬ ਦੇ ਚਿਹਰੇ ਜੰਮਪਾਲ ਇੱਥੇ ਦੇ ਹੈ। ਉਹਨਾਂ ਨੂੰ ਬਾਹਰ ਕੱਢ ਕੇ ਤੁਸੀਂ ਹੋਰ ਹੀ ਫਾਨੇ ਫਸਾਈ ਜਾਂਦੇ ਇੱਥੇ ਸਾਡੇ ਅੰਦਰ। ਤੁਸੀਂ ਮੋਦੀ ਮੋਦੀ ਕਰਕੇ ਵੋਟਾਂ ਲੈਣੀਆਂ ਤੇ ਮੋਦੀ ਦੇ ਇੱਥੇ ਕਿ ਗੰਡੇ ਗੋਡਣੇ ਉਹਨੇ ਆ ਕੇ ਇੱਥੇ। ਮੈਨੂੰ ਨਹੀਂ ਸਮਝ ਆਉਂਦੀ ਕੇਜਰੀਵਾਲ ਨੇ ਇੱਥੇ ਆ ਕੇ ਕੀ ਕਰਨਾ। ਹਰ ਤੀਜੇ ਦਿਨ ਆ ਜਾਂਦਾ, ਅੱਜ ਜੀ ਆਹ ਗਰੰਟੀ, ਅੱਜ ਜੀ ਆਹ ਗਰੰਟੀ। ਝੂਠਾਂ ਦੀ ਪੰਡ ਇੱਥੇ ਛੱਡਣ ਲਈ ਲੋਕਾਂ 'ਚ ਬੜੇ ਬੜੇ ਲਫਾ। ਇਹ ਗੱਲਾਂ ਨਾ ਕਰੋ। ਇੱਥੇ ਦੇ ਬੰਦੇ ਉਹਨਾਂ ਦੇ ਜਿਹੜੇ ਵੀ ਚੰਗੇ ਪਾਰਟੀ ਬਣ ਨਹੀਂ ਦਿੰਦੇ। ਮੈਂ ਕਿਉਂ ਇਹ ਕਹਿ ਰਿਹਾ, ਇਹ ਦੋਵੇਂ ਹੀ ਪਾਰਟੀਆਂ ਚਿਹਰੇ ਨੂੰ ਤਕੜਾ ਕਰਕੇ ਥੱਲੇ ਜਿਤਨਾ ਵੱਡੇ ਬੋਰਡ ਥੱਲੇ, ਵੱਡੇ ਪਿੱਪਲ ਥੱਲੇ ਕੁਝ ਨਹੀਂ ਉੱਗਦਾ, ਇਹ ਉੱਗਣ ਨਹੀਂ ਦਿੰਦੇ। ਪਰ ਸਭ ਤੋਂ ਪਹਿਲਾਂ ਕੰਨੋਂ ਫੜ ਕੇ ਬਾਹਰ ਉਸ ਨੂੰ ਕੱਢਦੇ ਜਿਹੜਾ ਸਿਆਣਾ ਹੋਵੇ, ਜਿਹੜਾ ਸਮਝਦਾਰ ਹੋਵੇ, ਜਿਹੜਾ ਪੰਜਾਬ ਦੇ ਹੱਕ ਵਿੱਚ ਹੋਵੇ ਜਾਂ ਕਿਸੇ ਵੀ ਸੂਬੇ ਦੇ ਹੱਕ 'ਚ। ਉਹਦੇ ਤੋਂ ਡਰਦੇ ਆ, ਉਹਨੂੰ ਕਹਿੰਦੇ ਇਹਨੂੰ ਕੱਢੋ ਬਾਹਰ, ਸਭ ਤੋਂ ਵੱਧ ਖਤਰਾ ਹੈ ਨਾ ਇਹਦੇ ਤੇ। ਮੇਰੇ ਕੱਲ ਨੂੰ ਇਹ ਤਾਂ ਥੋੜਾ ਜਿਹਾ ਹੋਰ ਉੱਗ ਪਿਆ ਤੇ ਮੇਰੇ ਹੱਥ ਪਾ ਲੂਗਾ ਗਲੇ ਨੂੰ। ਆ ਖਹਿਰਾ ਬਾਹਰ ਗਿਆ, ਹੋਰ ਗਏ, ਸਾਰੇ ਗਏ। ਇਸ ਲਈ ਮੈਂ ਮੋਟੇ ਤੌਰ ਤੇ ਇਹ ਕਹਿਣਾ ਕਿ ਉਹ ਪਾਰਟੀਆਂ ਜਿਹੜੀਆਂ ਚਿਹਰਿਆਂ ਦੀਆਂ ਰਾਜਨੀਤੀ ਸਿਰਫ ਤੇ ਸਿਰਫ ਕਰਦੀਆਂ, ਆਪਣਾ ਕੋਈ ਏਜੰਡਾ ਨਹੀਂ ਲੈ ਕੇ ਆਉਂਦੇ, ਕੋਈ ਪੰਜਾਬ ਪ੍ਰਤੀ ਕੋਈ ਜੋ ਪੰਜਾਬ ਦੀ ਹਾਲਤ ਹੈ ਉਹਦਾ ਡਾਇਗਨੋਸਿਸ ਪ੍ਰੋਪਰਲੀ ਕਰਕੇ ਉਹਦੇ ਹੱਲ ਲੈ ਕੇ ਨਹੀਂ ਆਉਂਦੇ। ਪੰਜਾਬ ਦੀ ਜਿਹੜਾ ਵਿਕਾਸ ਹੈ ਉਸਨੂੰ ਸਸਟੇਨੇਬਲ ਲਗਾਤਾਰ ਕਿਵੇਂ ਉਸਨੂੰ ਬਣਾਈ ਰੱਖਣਾ, ਇੱਥੋਂ ਤੋਂ ਤਾਂ ਤੋਂ ਉੱਪਰ ਹੌਲੀ ਹੌਲੀ ਕਿਵੇਂ ਲੈ ਕੇ ਜਾਣਾ, ਕਿਹੜੀ ਸਟੇਜ ਤੇ ਕਿੱਥੋਂ ਸ਼ੁਰੂ ਕਰਨਾ, ਉਹ ਨਹੀਂ ਬੰਦੇ ਕਮਿਟਡ ਬੰਦੇ, ਕੋਈ ਪੜਨਾਏ ਹੋਏ ਬੰਦੇ ਨਹੀਂ ਦਿਖ ਰਹੇ। ਆਪਣਾ ਪੋਲਿਟਿਕਸ ਕਰੀ ਜਾਂਦੇ ਆ, ਕੋਈ 1000 ਰੁਪਇਆ, ਕੋਈ 2000 ਰੁਪਇਆ, ਕੋਈ ਮੁਫਤ ਬਿਜਲੀ, ਕੁਝ ਮੁਫਤ ਕੱਪੜੇ, ਕੁਝ ਮੁਫਤ ਚਾਹ ਪੱਤੀ ਹੈ। ਇਹ ਬਣਾ ਕੇ ਉਹ ਆ ਕੇ ਘਰ ਬਣਾ ਵੀ ਦਿਆ ਕਰੋ, ਲੋਕਾਂ ਨੂੰ ਬੈੱਡ 'ਚ ਫੜਾ ਦਿਆ ਕਰੋ ਆ ਕੇ। ਹੋਰ ਕੀ ਹੈ ਹੀ ਕੰਮ ਕਰ ਰਿਹਾ ਗਿਆ। ਲੋਕਾਂ ਨੂੰ ਅਪਾਹਜ ਕਰਨਾ ਤੁਸੀਂ। ਲੋਕਾਂ ਨੂੰ ਕੰਮ ਦੇਣ ਦੀ ਜਗ੍ਹਾ, ਉਹਨਾਂ ਨੂੰ ਸਵੈ ਅਭਿਮਾਨ ਦੇਣ ਦੀ ਜਗ੍ਹਾ, ਉਹਨਾਂ ਨੂੰ ਜੋ ਸਾਡੇ ਗੁਰੂ ਨਾਨਕ ਦੇਵ ਜੀ ਕਹਿ ਗਏ ਆ ਕਿ ਇਹਨਾਂ ਹੱਥਾਂ ਦੀ ਕਦਰ ਕਰੋ, ਮਿਹਨਤ ਦੀ ਕਦਰ ਕਰੋ, ਮਿਹਨਤ ਕਸ਼ਾਂ ਦੀ ਕਦਰ ਕਰੋ, ਇਹ ਕਹਿ ਕੇ ਗਏ ਆ। ਅਸੀਂ ਉਧਰੋਂ ਛੱਡ ਕੇ ਸਾਰਾ ਲੋਕਾਂ ਨੂੰ ਵਿਹਲੜ ਬਣਾਉਣ ਜਾ ਰਹੇ ਹਾਂ। ਇਹ ਕਿਸਮ ਦੀ ਰਾਜਨੀਤੀ ਪੰਜਾਬ ਲਈ ਤੇ ਬਿਲਕੁਲ ਘੱਟੋ ਘੱਟ ਬੜੀ ਹੀ ਘਾਤਕ ਤੇ ਜ਼ਹਿਰੀਲੀ ਹੈ। ਆਖਰੀ ਖਬਰ ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਮੇਰੇ ਧਿਆਨ ਚ ਆਈ ਕਿ ਇੱਕ ਹੋਰ ਜਿਹੜਾ ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਉੱਤੇ ਸ਼ਹੀਦ ਹੋਏ ਸੀ, ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਨੇ ਉੱਥੇ ਧਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਇਨਸਾਫ ਨਹੀਂ ਮਿਲਦਾ। ਨਾਲ ਸਿਮਰਨਜੀਤ ਸਿੰਘ ਮਾਨ, ਇਹ ਪੰਥਕ ਧਿਰਾਂ ਵੀ ਪੰਜਾਬ ਦੇ ਵਿੱਚ ਸਿਆਸੀ ਬਦਲਾਅ ਦੇ ਲਈ ਲਗਾਤਾਰ ਹਰ ਸਾਲ ਹਰ ਵਾਰ ਆਉਂਦੀਆਂ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ। ਇਹਨਾਂ ਦਾ ਕਿੱਦਾਂ ਦਾ ਦੇਖਦੇ ਹੋ ਕਿ ਲੋਕ ਕਿੱਦਾਂ ਕਬੂਲ ਕਰਨਗੇ? ਬਰਗਾੜੀ ਵਾਲੇ ਮੋਰਚੇ ਤੋਂ ਲੋਕਾਂ ਨੇ ਸਬਕ ਸਿੱਖਿਆ। ਲੋਕ ਕਹਿੰਦੇ ਕਿ ਇਹ ਤਾਂ ਜਿਹੜੇ ਅੱਗੇ ਲੱਗਦੇ ਰਹੇ ਨੇ ਉਹਨਾਂ ਨੇ ਕਿਸ ਢੰਗ ਨਾਲ ਮੋਰਚੇ ਨੂੰ ਗਾਹ ਵੇਚ ਦਿੱਤਾ ਜਾਂ ਜੋ ਕੁਝ ਵੀ ਕੀਤਾ। ਉਹ ਭਾਵੇਂ ਹੁਣ ਮਤਵਾਦੀ ਜਥੇਦਾਰ ਮੰਡ ਸਾਹਿਬ ਕੈਪਟਨ ਸਾਹਿਬ ਨੂੰ ਤਲਬ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੰਦੇ ਨੇ, ਲੋਕ ਯਕੀਨ ਹੀ ਨਹੀਂ ਕਰ ਰਹੇ। ਭਾਵੇਂ ਧਰਮ ਆ, ਭਾਵੇਂ ਪੋਲਿਟਿਕਸ ਆ, ਕੁਝ ਆ ਮਾਲ, ਕੁਝ ਆ ਡਿਪਾਰਟਮੈਂਟਲ ਸਟੋਰ ਤੇ ਕੁਝ ਆ ਰੇੜੀ ਫੜੀ। ਇਹ ਮਾਨ ਸਾਹਿਬ ਜਿਹੜੇ ਸਾਡੇ ਰੇੜੀ ਫੜੀ ਵਾਲੇ ਆ, ਦੱਸੋ ਤਾਂ ਸਾਹਿਬ ਇੰਨੇ ਸਾਲ ਕਿੱਥੇ ਗਏ? ਸਿੱਖੀ ਨੂੰ ਪੂਰੇ ਪ੍ਰਣਾਏ ਹੋਏ ਆ, ਖਾਲਿਸਤਾਨ ਦੇ ਨਾਰੇ ਵੀ ਲਵਾਉਂਦੇ ਆ, ਸਾਰਾ ਕੁਝ ਕਰਦੇ ਆ, ਹੈਨਾ। ਐਡਾ ਵੱਡਾ ਸਾਰਾ ਕੁਝ ਹੋਇਆ, ਫਿਰ ਅਜੇ ਤੱਕ ਇਨਸਾਫ ਕਿਉਂ ਨਹੀਂ ਦਿਵਾਇਆ? ਕਿਹਦੀ ਜ਼ਿੰਮੇਵਾਰੀ ਸੀ? ਹੁਣ ਜੋ ਬਹਿ ਗਏ ਇਲੈਕਸ਼ਨਾਂ ਦੇ ਦਿਨਾਂ 'ਚ ਆ ਕੇ ਟਿੰਡ ਫੌੜੀ ਲੈ ਕੇ ਉੱਥੇ ਨਾਲ ਬੰਦਿਆਂ ਨੂੰ, ਕੋਈ ਵੀ ਸੰਜੀਦਾ ਲੋਕ ਨਹੀਂ ਹੈ। ਆਪਾਂ ਬਹੁਤਾ ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਸੁਖਵਿੰਦਰ। ਉਹ ਸਿਰਫ ਤੇ ਸਿਰਫ ਆਪਣਾ ਦੁਬਾਰਾ ਚੁੱਲ੍ਹਾ ਗਰਮ ਕਰਕੇ ਕਿ ਚਲੋ ਯਾਰ ਭੁੱਖ ਲੱਗੀ ਆ, ਹੁਣ ਤੇ ਬੜੇ ਭੁੱਖੇ ਮਰਨ ਲੱਗੇ ਆ ਤੇ ਚਲੋ ਰੋਟੀਆਂ ਚਾਰ ਲਾ ਲਈਏ, ਰਾਜਨੀਤੀ ਆਈ ਹੈ ਤੇ ਭੰਗੜੇ ਪਾਈਏ। ਉਸ ਕੰਮ ਲਈ, ਚੁੱਲ੍ਹਾ ਗਰਮ ਕਰਨ ਲਈ ਇਹ ਸਾਰੀਆਂ ਗੱਲਾਂ, ਜਿਹਦੇ ਵਿੱਚ ਉਹ ਚੁੱਲ੍ਹਾ ਗਰਮ ਪਤਾ ਕਿਵੇਂ ਹੁੰਦਾ ਇਹਨਾਂ ਰਾਜਨੀਤਿਕ ਲੋਕਾਂ ਦਾ? ਉਹ ਲੋਕਾਂ ਦੇ ਅਰਮਾਨਾਂ ਉਮੀਦਾਂ ਦਾ ਬਾਲਣ ਪਾ ਕੇ, ਲੋਕਾਂ ਦੇ ਪਿਆਰ ਅਦਬ ਸਤਿਕਾਰ ਦਾ ਬਾਲਣ ਪਾ ਕੇ ਉਹਦੇ ਵਿਰੁੱਧ ਇਹ ਸਾਰੇ ਕੁਛ ਆਪੋ ਆਪਣਾ ਕਰ ਰਹੇ ਆ। ਜਿਸ ਘਰ ਦਾ ਬੇਟਾ ਗਿਆ ਹੋਵੇ, ਸ਼ਹੀਦ ਹੋਇਆ ਹੋਵੇ, ਰੋਜ਼ ਤੁਸੀਂ ਖਬਰਾਂ ਲਾ ਕੇ ਰਾਜਨੀਤਿਕ ਲਾਹਾ ਤੇ ਲੈ ਰਹੇ ਆ।
ਬਿਲਕੁਲ। ਉਹਨਾਂ ਦੇ ਦਿਲ ਤੇ ਕੀ ਗੁਜ਼ਰਤੀ ਹੋਊਗੀ ਇਹ ਉਹੀ ਜਾਣਨ, ਪਰ ਇਹ ਉੱਥੇ ਬਿਠਾ ਕੇ ਤੇ ਰਾਜਨੀਤੀ ਸ਼ੁਰੂ ਕਰਤੀ ਨਾ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵੀ ਬੰਦਾ ਦਿਲੋਂ ਕੋਈ ਇਨਸਾਫ ਚਾਹੁੰਦਾ, ਦਿਲੋਂ ਕੋਈ ਵੀ ਇਹੋ ਜਿਹਾ ਵੱਡਾ ਮਸਲਾ ਹੁੰਦਾ, ਉਸ ਨੂੰ ਆਭਾਰ ਕੇ ਆਪਣੀ ਰਾਜਨੀਤੀ ਕਰਦੇ ਆ, ਹੱਲ ਨਹੀਂ ਚਾਹੁੰਦੇ। ਜੇ ਹੱਲ ਹੋ ਗਿਆ ਤਾਂ ਫਿਰ ਜਿਹੜੇ ਚੰਗੇ ਕੰਮਾਂ ਦੀ ਵਾਰੀ ਆਊਗੀ ਉੱਥੇ ਤੇ ਕਰ ਹੀ ਨਹੀਂ ਸਕਦੇ ਕੁਝ। ਇਹੋ ਜਿਹੇ ਜਿਹੜੇ ਕੰਮ ਆ, ਜਿਹੜੇ ਭਾਵਕ ਮੁੱਦੇ ਆ, ਉਹਨੂੰ ਇਹ ਖੜਾ ਰੱਖਣਾ ਚਾਹੁੰਦੇ ਆ, ਹਰਾ ਰੱਖਣਾ ਚਾਹੁੰਦੇ ਆ, ਜਿਵੇਂ ਕਿ 84 ਵਾਲਾ ਮੁੱਦਾ ਅੱਜ ਵੀ ਉਸੇ ਤਰ੍ਹਾਂ ਗਾਹੇ ਬਗਾਹੇ, ਜਦੋਂ ਲੋੜ ਪਵੇ ਉਹ ਅੰਗਿਆਰੇ ਨੂੰ ਹਵਾ ਮਾਰ ਕੇ ਗਰਮ ਕਰਕੇ ਰੋਟੀਆਂ ਸੇਕ ਕੇ ਇਹ ਲੋਕ ਗਾਂਹ ਜਾਂਦੇ। ਜੀ ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਉਸ ਪਰਿਵਾਰ ਨਾਲ ਕੀ ਬੀਤੀ ਉਹ ਜਾਣਦਾ। ਬਹਿਬਲ ਕਲਾਂ ਗੋਲੀकांड ਦੇ ਵਿੱਚ 2 ਸਿੰਘ ਸ਼ਹੀਦ ਹੋਏ, ਉਹ ਅੱਜ ਵੀ ਇਨਸਾਫ ਮੰਗਦੇ ਨੇ। ਪਿਛਲੀਆਂ ਸਰਕਾਰਾਂ ਲਾਉਂਦੀਆਂ ਰਹੀਆਂ, ਗਾਂ ਵੀ ਲਾਰੇ ਲੱਗਦੇ ਨਜ਼ਰ ਆਉਂਦੇ ਨੇ, ਭਾਵੇਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਿਰਾਂ ਨਾਲ ਹੋ ਕੇ ਉਹਨਾਂ ਦੀ ਕੋਸ਼ਿਸ਼ ਕਰਦੀਆਂ ਤੁਰਨ ਦੀਆਂ, ਪਰ ਜਦੋਂ ਧੋਖਾ ਮਿਲਦਾ ਤਾਂ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਇਨਸਾਫ ਇੱਥੇ ਸਿਆਸਤ ਦੇ ਵਿੱਚ ਕਿਤੇ ਮਿਲਦਾ ਨਜ਼ਰ ਨਹੀਂ ਆਉਂਦਾ। ਇਸ ਲਈ ਪਰਿਵਾਰ ਜਿਹੜਾ ਉਹ ਆਪ ਧਰਨੇ ਤੇ ਬਹਿ ਗਿਆ ਆ ਕੇ। ਹੁਣ ਕਦੋਂ ਇਨਸਾਫ ਮਿਲਦਾ ਹੈ, ਨਵਜੋਤ ਸਿੱਧੂ ਤੋਂ ਵੀ ਸਵਾਲ ਹੁੰਦੇ ਨੇ, ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਟੰਗ ਕੇ ਰਹਾਂਗੇ, ਇਨਸਾਫ ਦਿਵਾ ਕੇ ਰਵਾਂਗੇ। ਅੱਜ ਵੀ ਕਹਿੰਦੇ ਨੇ ਗਾਹ ਕੀ ਹੁੰਦਾ ਤੁਸੀਂ ਤੈਅ ਕਰਨਾ, ਲੋਕ ਤੈਅ ਕਰਨਗੇ। 2022 ਦੀਆਂ ਇਲੈਕਸ਼ਨ ਦੇ ਵਿੱਚ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।